वाहिगुरू जी का खालसा वाहिगुरू जी की फतेह। सम्मानयोग गुरु प्यारिओ, सिख मिशन कॉलेज लुधियाना वालों SMC गुरमत क्लास USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਹਰ ਸ਼ੁੱਕਰਵਾਰ ਅਸੀਂ ਭਗਤ ਬਾਣੀ ਵਿੱਚੋਂ ਕੁਝ 94 ਸ਼ਬਦਾਂ ਦੀ ਵਿਚਾਰ ਕਰਦੇ ਹਾਂ, ਜਿਨ੍ਹਾਂ ਸ਼ਬਦਾਂ ਵਿੱਚ ਸਿਧਾਂਤਕ ਸੇਧ ਦਿੱਤੀ ਗਈ ਹੈ। ਇਹਨਾਂ ਸ਼ਬਦਾਂ ਵਿੱਚ ਕੁਝ ਔਖੇ ਲਫ਼ਜ਼ ਹਨ, ਜਿਨ੍ਹਾਂ ਸ਼ਬਦਾਂ ਵਿੱਚ ਦੂਜੀਆਂ ਮਤਾਂ ਦੀ ਗੱਲ ਸਮਝਾਈ ਗਈ ਹੈ ਔਰ ਗੁਰਮਤ ਦਾ ਨਾਲ ਸਿਧਾਂਤ ਦਿੱਤਾ ਗਿਆ ਹੈ। ਉਹਨਾਂ ਸ਼ਬਦਾਂ ਦੀ ਅਸੀਂ ਵਿਆਖਿਆ 94 ਸ਼ਬਦਾਂ ਦੀ ਹਰ ਸ਼ੁੱਕਰਵਾਰ ਭਗਤ ਬਾਣੀ ਵਿੱਚ ਕਰਦੇ ਹਾਂ। ਤੋ ਅੱਜ ਦਾ ਸ਼ਬਦ ਜੋ ਸਾਡੀ ਸਕਰੀਨ ਦੇ ਉੱਤੇ ਡਿਸਪਲੇ ਹੈ, ਗੁਜਰੀ ਰਾਗ ਵਿੱਚ ਭਗਤ ਰਵਿਦਾਸ ਜੀ ਦਾ ਸ਼ਬਦ ਹੈ। दूध तां बछड़ा थनों बिटारियो, फूल पवर जल मीन बिगारियो, माई गोविंद पूजा कहाँ ले चराऊं, अवर ना फूल अनूप ना पाऊं। तो शब्दी विचार है साडा कर रहे हैं वीर मनमोहन सिंह जी पुंछ तो बेनती कर रहे हैं वीर मनमोहन सिंह जी नूं अज दे शब्दी विचार साडा सांझी कर। वाहिगुरू जी का खालसा वाहिगुरू जी की फतेह। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। गुजरी श्री रविदास जी के पदे कर तीजा एक ओंकार सतगुर प्रसाद। दूध तां बछड़ै थनों बिटारियो, फूल पवर जल मीन बिगारियो, माई गोबिंद पूजा कहाँ ले चरावो, अवर न फूल अनूप न पावो। रहाओ माई गोबिंद पूजा कहा ले चरावो, और न फूल अनूप न पावो। रहाओ मैलागर बेरे हैं पोयंगा, बिख अमृत बसे एक संगा। तूप दीप नहीं बेद बासा, कैसे पूज करो तेरी दासा। तन मन अर्पो पूज चिरावो, गुर प्रसाद निरंजन पावो। पूजा अर्चा आए न तोरी, कह रविदास कवन गत मोरी। पूजा अर्चा आए न तोरी, कह रविदास कवन गत मोरी। वाहिगुरु जी का खालसा वाहिगुरु जी की फतेह। सन्मानयोग गुरु रूप साध संगत जीओ, सारे ही वडभागी जीव हो जो इस क्लास ਦੇ ਵਿੱਚ ਹਾਜ਼ਰੀ ਭਰ ਕੇ ਗੁਰਮਤਿ ਦੀ ਸੋਝੀ ਨੂੰ ਪ੍ਰਾਪਤ ਕਰ ਰਹੇ ਹੋ। ਸੋ ਅੱਜ ਦੀ ਜੋ ਸ਼ਬਦ ਦੇ ਵਿਚਾਰ ਦੀ ਜ਼ਿੰਮੇਵਾਰੀ ਦਾਸ ਦੀ ਲੱਗੀ ਹੈ। ਇਹ ਸ਼ਬਦ ਜਿਵੇਂ ਆਪ ਜੀ ਨੇ ਸਤਿਕਾਰਯੋਗ ਚੇਅਰਮੈਨ ਸਾਹਿਬ ਜੀ ਤੋਂ ਸਰਵਣ ਕੀਤਾ ਹੈ ਕਿ ਇਹ ਗੁਜਰੀ ਰਾਗ ਦੇ ਅੰਦਰ
ਭਗਤ ਰਵਿਦਾਸ ਜੀ ਦਾ ਸ਼ਬਦ ਹੈ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 525 ਦੇ ਉੱਤੇ ਸੁਸ਼ੋਭਿਤ ਹੈ। ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ ਭਗਤ ਬਾਣੀ ਦੇ 94 ਸ਼ਬਦਾਂ ਦੀ ਵਿਆਖਿਆ ਇਸ ਕਲਾਸ ਦੇ ਅੰਦਰ ਕੀਤੀ ਜਾਂਦੀ ਹੈ ਤਾਂ ਕਿ ਸਾਨੂੰ ਜੋ ਭਗਤ ਜਨਾਂ ਨੇ ਜੋ ਗੁਰਮਤ ਦਾ ਸਿਧਾਂਤ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਦੇਣਾ ਹੈ ਅਤੇ ਜਿਹਦੇ ਵਿੱਚ ਕਈ ਵਾਰ ਕੁਝ ਕੁ ਲੋਕਾਂ ਵੱਲੋਂ ਭੁਲੇਖੇ ਵੀ ਪਾਏ ਜਾਂਦੇ ਹਨ, ਅਸੀਂ ਕੋਸ਼ਿਸ਼ ਕਰੀਏ ਕਿ ਉਹ ਜੋ ਸਿਧਾਂਤ ਸ਼ਬਦ ਦੇ ਅੰਦਰ ਕੀ ਸਾਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਉਹ ਅਸੀਂ ਸਾਰੇ ਮਿਲ ਕੇ ਉਸ ਵਿਚਾਰ ਦੇ ਨਾਲ ਉਸ ਸਿਧਾਂਤ ਨੂੰ ਸਮਝਣ ਦਾ ਯਤਨ ਕਰੀਏ ਤਾਂ ਕਿ ਸਾਨੂੰ ਉਸ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਭਗਤ ਪਾਤਸ਼ਾਹਾਂ ਵੱਲੋਂ ਕੀ ਸਾਨੂੰ ਸਮਝਾਉਣ ਦਾ ਯਤਨ ਹੈ ਉਹ ਸਾਡੀ ਸੁਰਤੀ ਦਾ ਹਿੱਸਾ ਜੋ ਹੈ ਬਣ ਜਾਵੇ। ਸੋ ਅੱਜ ਦਾ ਜੋ ਸ਼ਬਦ ਜਿਸ ਦੀ ਅਸੀਂ ਵਿਚਾਰ ਕਰ ਰਹੇ ਹਾਂ ਇਹਦੇ ਅੰਦਰ ਜੋ ਭਗਤ ਜੀ ਨੇ ਸਿਧਾਂਤ ਸਪਸ਼ਟ ਕਰਨ ਦਾ ਯਤਨ ਕੀਤਾ ਹੈ ਉਹ ਇਹ ਹੈ ਕਿ ਭਾਈ ਸੰਸਾਰ ਦੇ ਅੰਦਰ ਜੋ ਧਾਰਮਿਕ ਲੋਕਾਂ ਵੱਲੋਂ ਵਿਸ਼ਵਾਸ ਸਨ ਕਿ ਉਸ ਪ੍ਰਭੂ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਕੁਝ ਉਚੇਚੇ ਉਪਰਾਲੇ ਕੀਤੇ ਜਾਂਦੇ ਹਨ ਜਾਂ ਕੋਈ ਖਾਸ ਕਿਸਮ ਦੀ ਪੂਜਾ ਹੈ, ਕੋਈ ਖਾਸ ਕਿਸਮ ਦੀਆਂ ਭੇਟਾਵਾਂ ਹਨ, ਉਹਨਾਂ ਦੇ ਰਾਹੀਂ ਹੀ ਉਹ ਪ੍ਰਭੂ ਪਰਮਾਤਮਾ ਜੋ ਹੈ ਉਸ ਦੀ ਪੂਜਾ ਹੋ ਸਕਦੀ ਹੈ, ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਜੋ ਹੈ ਹੋ ਸਕਦਾ ਹੈ। ਪਰ ਇਸ ਸ਼ਬਦ ਦੇ ਅੰਦਰ ਗੁਰਮਤਿ ਦੇ ਸਿਧਾਂਤ ਨੂੰ ਸਪਸ਼ਟ ਕਰਕੇ ਭਗਤ ਜੀ ਨੇ ਸਮਝਾਉਣ ਦਾ ਯਤਨ ਕੀਤਾ ਪਈ ਆ ਉਹ ਜੀ ਕੋਈ ਗੱਲ ਨਹੀਂ ਕਿ ਕਿਸੇ ਖਾਸ ਤਰੀਕੇ ਦੇ ਨਾਲ, ਕਿਸੇ ਖਾਸ ਭੇਟਾ ਦੇ ਨਾਲ ਜਾਂ ਕਿਸੇ ਖਾਸ ਕਿਸਮ ਦੀ ਪੂਜਾ ਦੇ ਨਾਲ ਉਹ ਪ੍ਰਭੂ ਪਰਮਾਤਮਾ ਜੋ ਹੈ ਸਾਡੇ ਉੱਤੇ ਖੁਸ਼ ਹੋ ਸਕਦਾ ਹੈ ਜਾਂ ਸਾਡੀ ਉਸ ਦੇ ਨਾਲ ਨੇੜਤਾ ਜੋ ਹੈ ਬਣ ਸਕਦੀ। ਸੋ ਅਸੀਂ ਜਦੋਂ ਸ਼ਬਦ ਦੀ ਵਿਚਾਰ ਨੂੰ ਦੇਖਦੇ ਹਾਂ ਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਅੰਦਰ ਜੋ ਇਹ ਸ਼ਬਦ ਦਰਜ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਜੀ ਨੇ ਇਹਦੇ ਵਿੱਚ ਜੋ ਮਨੁੱਖ ਦੇ ਅੰਦਰ ਖਾਸ ਕਰਕੇ ਪੂਜਾ ਦੇ ਢੰਗ ਸਨ, ਇੱਕ ਪਾਸੇ ਉਹਨਾਂ ਢੰਗਾਂ ਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਪਈ ਉਹਨਾਂ ਦੇ ਨਾਲ ਹੀ ਪ੍ਰਭੂ ਪਰਮਾਤਮਾ ਜੋ ਹੈ ਉਹ ਮਿਲ ਨਹੀਂ ਸਕਦਾ ਅਤੇ ਜੋ ਤੂੰ ਮਨ ਦੇ ਅੰਦਰ ਭੁਲੇਖਾ ਪਾ ਕੇ ਬੈਠਾ ਹੈ, ਜੋ ਤੂੰ ਸਮਝ ਰਿਹਾ ਹੈ, ਅਸਲ ਵਿੱਚ ਉਹ ਵੀ ਸੱਚ ਨਹੀਂ। ਤੇ ਦੂਜੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਗੱਲ ਵੀ ਸਮਝਾਉਣ ਦਾ ਯਤਨ ਕੀਤਾ ਕਿ ਜੋ ਤੂੰ ਸਮਝਦਾ ਹੈ ਕਿ ਤੇਰੇ ਇਸ ਭੇਟ ਹੈ ਇਹ ਪਹਿਲੀ ਭੇਟ ਹੈ, ਤੇਰਾ ਜੋ ਇਹ ਤਰੀਕਾਕਾਰ ਹੈ ਪੂਜਾ ਵਾਸਤੇ ਪਹਿਲਾ ਤਰੀਕਾ ਹੈ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਨੇ ਇਹ ਵੀ ਸਮਝਾਉਣ ਦਾ ਯਤਨ ਕੀਤਾ ਨਹੀਂ ਭਲਿਆ ਉਹ ਪ੍ਰਭੂ ਪਰਮਾਤਮਾ ਤੇ ਹਰ ਥਾਂ ਦੇ ਉੱਤੇ ਵਸਣ ਵਾਲਾ, ਜਿਸ ਚੀਜ਼ ਨੂੰ ਤੂੰ ਪਹਿਲੀ ਭੇਟ ਕਰਕੇ ਜੋ ਅਰਪਣ ਕਰ ਰਿਹਾ ਹੈ ਉਸ ਤੋਂ ਪਹਿਲਾਂ ਹੀ ਭੇਟ ਹੋ ਚੁੱਕੀ ਹੈ, ਤੇਰੇ ਤੋਂ ਪਹਿਲਾਂ ਹੀ ਭੇਟ ਹੋ ਚੁੱਕੀ ਹੈ। ਤੇ ਜਿਸ ਚੀਜ਼ ਨੂੰ ਤੂੰ ਸਮਝ ਰਿਹਾ ਹੈ ਕਿ ਭਈ ਉਸ ਪਰਮਾਤਮਾ ਦੇ ਵਾਸਤੇ ਇਸ ਨੂੰ ਤੂੰ ਰਾਖਵਾਂ ਕਰਕੇ ਲੈ ਜਾ ਰਿਹਾ ਹੈ, ਫਿਰ ਇਹ ਗੱਲ ਵੀ ਸਮਝ ਕੇ ਨਹੀਂ ਜਿਸ ਨੂੰ ਤੂੰ ਸੁੱਚਾ ਕਰਕੇ ਜਾ ਰਿਹਾ ਹੈ ਉਹ ਤੇਰੇ ਤੋਂ ਪਹਿਲਾਂ ਪੁਜਾਉਣ ਤੋਂ ਪਹਿਲਾਂ ਝੂਠੀ ਵੀ ਹੋ ਚੁੱਕੀ ਹੈ, ਫਿਰ ਪ੍ਰਵਾਨ ਕਿਵੇਂ ਹੋਵੇਗੀ। ਜੋ ਸਿਧਾਂਤ ਹੈ ਉਹ ਬਿਲਕੁਲ ਸਪਸ਼ਟ ਕਰਕੇ ਭਗਤ ਜੀ ਨੇ ਸਮਝਾਉਣ ਦਾ ਯਤਨ ਕੀਤਾ ਕਿਉਂਕਿ ਜਦੋਂ ਅਸੀਂ ਧਾਰਮਿਕ ਲੋਕਾਂ ਜਾਂ ਧਾਰਮਿਕ ਫਲਸਫਿਆਂ ਵੱਲ ਦੇਖਦੇ ਹਾਂ ਤੇ ਜੋ ਭਾਰਤ ਵਰਸ਼ ਦੇ ਅੰਦਰ ਜੋ ਸਨਾਤਨ ਮਤ ਹੈ ਇਹਦਾ ਵੀ ਆਪਣਾ ਤਰੀਕਾਕਾਰ ਜੋ ਹੈ ਉਹ ਸੀ ਅਤੇ ਬਹੁਤੇ ਲੋਕੀ ਇਸ ਮਤ ਨੂੰ ਮੰਨਣ ਵਾਲੇ ਸਨ ਤੇ ਇਸ ਮਤ ਦੇ ਅੰਦਰ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਪਰਮਾਤਮਾ ਦੀ ਵੱਖ-ਵੱਖ ਤਰੀਕੇ ਦੇ ਨਾਲ ਜੋ ਪੂਜਾ ਹੈ ਉਹ ਵੀ ਜੋ ਸੀ ਆਪਣੇ ਤੌਰ ਦੇ ਉੱਤੇ ਲੋਕਾਂ ਨੂੰ ਸਮਝਾਈ ਜਾਂਦੀ ਸੀ, ਉਹਨਾਂ ਤੋਂ ਕਰਵਾਈ ਜਾਂਦੀ ਸੀ। ਭਾਈ ਜੇ ਕਿਤੇ ਫੁੱਲ ਭੇਟ ਕਰਨਾ ਤੇ ਫੁੱਲ ਕਿਸ ਤਰ੍ਹਾਂ ਦਾ ਹੋਵੇ, ਫਿਰ ਉਸ ਫੁੱਲ ਦੇ ਵਿੱਚੋਂ ਵੱਖ-ਵੱਖ ਜੋ ਦੇਵੀ ਦੇਵਤੇ ਨੇ ਉਹਨਾਂ ਨੂੰ ਕਿਸ-ਕਿਸ ਕਿਸਮ ਦਾ ਜੋ ਫੁੱਲ ਹੈ ਉਹ ਚੰਗਾ ਲੱਗਦਾ ਹੈ। ਅਗਰ ਜੇ ਕਿਤੇ ਕਿਸੇ ਦੇਵੀ ਦੇਵਤੇ ਦੀ ਮੂਰਤੀ ਨੂੰ ਇਸ਼ਨਾਨ ਕਰਾਉਣਾ ਹੈ ਫਿਰ ਉਹਦੀ ਵਿਧੀ ਕੀ ਹੈ, ਜਾਂ ਕੁਝ ਭੇਟ ਚੜਾਉਣਾ ਹੈ ਖਾਣ ਦੇ ਵਾਸਤੇ ਪ੍ਰਸਾਦ ਜੋ ਹੈ ਬਣਾ ਕੇ ਖਾਣ ਦੀਆਂ ਚੀਜ਼ਾਂ ਜੋ ਨੇ ਭੇਟ ਕਰਨੀਆਂ ਨੇ ਤੇ ਉਹ ਵੀ ਸਾਰਿਆਂ ਦੇ ਵਾਸਤੇ ਵੱਖ-ਵੱਖ ਤਰੀਕੇਕਾਰ, ਵੱਖ-ਵੱਖ ਪਸੰਦ, ਵੱਖ-ਵੱਖ ਰੰਗ ਦੀਆਂ ਇਹ ਸੰਸਾਰ ਦੇ ਅੰਦਰ ਉਸ ਵੇਲੇ ਪ੍ਰਚਲਿਤ ਸਨ। ਤੇ ਭਗਤ ਜੀ ਨੇ ਕਿਉਂਕਿ ਜਦੋਂ ਅਸੀਂ ਸਨਾਤਨ ਦੇ ਫਲਸਫੇ ਨੂੰ ਦੇਖਦੇ ਹਾਂ ਕਿਉਂਕਿ ਇਹ ਜਿੰਨੀ ਵੀ ਸਿਧਾਂਤ ਸਪਸ਼ਟ ਕੀਤੇ ਗਏ ਨੇ ਉਸ ਫਲਸਫੇ ਤੋਂ
ਹਟਾ ਕੇ ਰੱਬ ਦੇ ਨਾਲ ਸੱਚ ਕਰਕੇ ਜੋੜਨ ਦਾ ਯਤਨ ਕੀਤਾ ਗਿਆ। ਕਿਉਂਕਿ ਭਗਤ ਜੀ ਨੇ ਮਨੁੱਖਤਾ ਨੂੰ ਇੱਕ ਸਹਿਜ ਰਸਤਾ, ਇੱਕ ਆਸਾਨ ਰਸਤਾ ਜੋ ਗੁਰਮਤਿ ਨੇ ਸਾਨੂੰ ਦ੍ਰਿੜ ਕਰਵਾਇਆ ਹੈ, ਉਹੀਓ ਜੋ ਹੈ ਭਗਤ ਜਨਾਂ ਨੇ ਵੀ ਮਨੁੱਖਤਾ ਨੂੰ ਦੱਸਣ ਦਾ ਯਤਨ ਕੀਤਾ ਕਿ ਅਸੀਂ ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਜੋ ਹੈ ਹੋ ਕਿਵੇਂ ਸਕਦਾ। ਤੇ ਜਦੋਂ ਪ੍ਰਮਾਤਮਾ ਦੇ ਨਾਲ ਮਿਲਾਪ ਦੀ ਗੱਲ ਕਰਦੇ ਹਾਂ ਤੇ ਫਿਰ ਅਸਲੀ ਪੂਜਾ ਜੋ ਹੈ ਪ੍ਰਮਾਤਮਾ ਦੀ, ਉਹ ਆਪਣੇ ਆਪ ਨੂੰ ਪਛਾਣਨਾ ਹੈ। ਜਿਸ ਨੇ ਆਪਣੇ ਆਪ ਨੂੰ ਪਹਿਚਾਨ ਲਿਆ, ਜਿਸ ਨੇ ਆਪਣੇ ਅੰਦਰ ਉਸ ਪ੍ਰਭੂ ਪ੍ਰਮਾਤਮਾ ਨੂੰ ਦੇਖ ਲਿਆ, ਜਿਸ ਨੇ ਇਸ ਗੱਲ ਨੂੰ ਮਹਿਸੂਸ ਕਰ ਲਿਆ ਕਿ ਮੈਂ ਪ੍ਰਭੂ ਪ੍ਰਮਾਤਮਾ ਦੀ ਅੰਸ਼ ਹਾਂ, ਫਿਰ ਉਹ ਗੁਰਮਤਿ ਦੇ ਸਿਧਾਂਤ ਅਨੁਸਾਰ ਜੇ ਕਿਤੇ ਜੀਵਨ ਨੂੰ ਜੀ ਰਿਹਾ ਹੈ ਤੇ ਪ੍ਰਮਾਤਮਾ ਉਸ ਨੂੰ ਆਪਣੇ ਨਾਲੋਂ ਵੱਖ ਨਹੀਂ ਦਿਸਦਾ, ਪ੍ਰਮਾਤਮਾ ਕਿਤੇ ਦੂਰ ਨਹੀਂ ਦਿਸਦਾ। ਪ੍ਰਮਾਤਮਾ ਉਸ ਨੂੰ ਇਹ ਪਤਾ ਹੈ ਕਿ ਹਰ ਵੇਲੇ ਮੇਰੇ ਸੰਗ ਹੈ, ਉਹ ਘਟ ਘਟ ਦੇ ਵਿੱਚ ਵਸ ਰਿਹਾ ਹੈ, ਉਹ ਜ਼ਰੇ ਜ਼ਰੇ ਦੇ ਵਿੱਚ ਹੈ, ਉਹ ਕਣ ਕਣ ਵਿੱਚ ਹੈ। ਬਸ ਭੁਲੇਖਾ ਇਹ ਹੀ ਰਹਿ ਗਿਆ ਕਿ ਮਨੁੱਖ ਜੋ ਹੈ ਪ੍ਰਮਾਤਮਾ ਨੂੰ ਆਪਣੇ ਤੋਂ ਵੱਖ ਸਮਝਦਾ ਹੈ, ਆਪਣੇ ਤੋਂ ਦੂਰ ਸਮਝਦਾ ਹੈ। ਤੇ ਫਿਰ ਉਸ ਪ੍ਰਾਪਤੀ ਦੇ ਵਾਸਤੇ ਜੋ ਸਾਧਨ ਧਰਮ ਦੇ ਲੋਕਾਂ ਨੇ ਇਸ ਨੂੰ ਸਿਖਾਏ ਨੇ, ਇਸ ਨੂੰ ਦੱਸੇ ਨੇ, ਭਾਵੇਂ ਉਹਨਾਂ ਦੇ ਪਿੱਛੇ ਮਨਸ਼ਾ ਉਹਨਾਂ ਦੀ ਉਦਰ ਪੂਰਤੀ ਹੋਵੇ ਜਾਂ ਕੋਈ ਹੋਰ ਹੋਵੇ, ਉਹ ਮਨੁੱਖ ਜੋ ਹੈ ਉਸ ਪਾਸੇ ਲੱਗ ਜਾਂਦਾ ਸੀ। ਤੇ ਮਿਲਾਪ ਕਿਵੇਂ ਹੋ ਸਕਦਾ ਹੈ, ਸੁਖ ਕਿਵੇਂ ਮਿਲ ਸਕਦੇ ਹਨ, ਇਹ ਅਸਲ ਵਿੱਚ ਅਸਲੀ ਜੋ ਪੂਜਾ ਸੀ ਇਹ ਗੁਰਮਤਿ ਨੇ ਉਹਨਾਂ ਬਾਕੀ ਢੰਗਾਂ ਦੇ ਨਾਲੋਂ ਵੱਖਰੀ ਕਰਕੇ ਸਮਝਾਈ ਹੈ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਭਲਿਆ ਤੈਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਹੋਰ ਦੌੜ ਭੱਜ ਕਰਨ ਦੀ ਲੋੜ ਨਹੀਂ, ਹੋਰ ਢੰਗ ਤਰੀਕੇ ਅਪਣਾਉਣ ਦੀ ਲੋੜ ਨਹੀਂ। ਤੈਨੂੰ ਬਿਲਕੁਲ ਇੱਕ ਸੁਖੈਨ ਜਿਹਾ ਢੰਗ ਜੋ ਹੈ, ਜੋ ਤਰੀਕਾ ਹੈ, ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਤੈਨੂੰ ਦੱਸਦਾ ਹਾਂ। ਤੇ ਜਦੋਂ ਸਤਿਗੁਰਾਂ ਤੋਂ ਪੁੱਛਦੇ ਹਾਂ, ਸਤਿਗੁਰੂ ਬਖਸ਼ਿਸ਼ ਕਰਦੇ ਨੇ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਕਿਉਂਕਿ ਮਨੁੱਖ ਜੋ ਵੀ ਪੂਜਾ ਕਰ ਰਿਹਾ ਸੀ, ਪੂਜਾ ਦੇ ਢੰਗ ਅਪਣਾ ਰਿਹਾ ਸੀ, ਜੋ ਤਰੀਕਾਕਾਰ ਕਰ ਰਿਹਾ ਸੀ, ਉਹਦੇ ਵਿੱਚ ਇਹ ਸੀ ਕਿ ਪ੍ਰਮਾਤਮਾ ਜੋ ਹੈ ਉਹ ਮੇਰੇ ਨੇੜੇ ਹੋ ਜਾਵੇ, ਪ੍ਰਮਾਤਮਾ ਮੇਰੇ ਵਸ 'ਚ ਹੋ ਜਾਵੇ। ਵੱਖ-ਵੱਖ ਉਹਨਾਂ ਦੇ ਆਪਣੇ ਫਲਸਫੇ ਸਨ ਤੇ ਫਿਰ ਉਹਦੇ ਵਿੱਚੋਂ ਮੈਨੂੰ ਸੁਖ ਲੱਭਣਗੇ, ਫਿਰ ਮੇਰੇ ਘਰਾਂ ਦੇ ਵਿੱਚੋਂ ਦੁੱਖ ਕਲੇਸ਼ ਦੂਰ ਹੋ ਜਾਣਗੇ। ਇਸੇ ਕਰਕੇ ਕਈ ਕਿਸਮ ਦੇ ਦੇਵੀ ਦੇਵਤੇ ਕਹਿ ਲਓ ਜਾਂ ਰੱਬ ਕਹਿ ਲਓ, ਉਹ ਬਣਾ ਕੇ ਰੱਖੇ ਹੋਏ ਸਨ। ਵੱਖ-ਵੱਖ ਢੰਗ ਦੀ ਪੂਜਾ ਸੀ, ਵੱਖ-ਵੱਖ ਢੰਗ ਦੇ ਜੋ ਤਰੀਕੇ ਅਪਣਾਏ ਜਾਂਦੇ ਸਨ, ਵੱਖ-ਵੱਖ ਢੰਗ ਦੇ ਪ੍ਰਸ਼ਾਦ ਜੋ ਸਨ ਜਾਂ ਖਾਣ ਦੀਆਂ ਵਸਤੂਆਂ ਜੋ ਸਨ ਉਹ ਚੜਾਈਆਂ ਜਾਂਦੀਆਂ ਸਨ, ਵੱਖ-ਵੱਖ ਤਰੀਕੇ ਦੇ ਜੋ ਸਨ ਫੁੱਲ, ਵੱਖ-ਵੱਖ ਤਰੀਕੇ ਦੇ ਜੋ ਅਸੀਂ ਕਹਿ ਸਕਦੇ ਇਸ਼ਨਾਨ, ਉਹ ਉਹਨਾਂ ਨੂੰ ਕਰਵਾਏ ਜਾਂਦੇ ਸਨ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਆਹ ਤੈਨੂੰ ਰੱਬ ਦੇ ਨਾਲ ਮਿਲਣ ਦੇ ਵਾਸਤੇ ਇਹਨਾਂ ਸਾਰੇ ਢੰਗਾਂ ਚੋਂ ਬਾਹਰ ਕੱਢ ਕੇ ਇੱਕ ਢੰਗ ਦੱਸਦੇ ਹਾਂ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਕਿ ਜੇ ਕਿਤੇ ਤੂੰ ਆਪਣੇ ਆਪ ਨੂੰ ਸਵਾਰ ਲਵੇ, ਜਦੋਂ ਆਪਣੇ ਆਪ ਨੂੰ ਸਵਾਰੇਗਾ ਮੈਂ ਤੈਨੂੰ ਮਿਲ ਪਵਾਂਗਾ, ਮੇਰਾ ਤੇਰੇ ਨਾਲ ਮਿਲਾਪ ਹੋ ਜਾਵੇਗਾ। ਤੇ ਮੇਰੇ ਮਿਲਣ ਦੇ ਨਾਲ ਜਿਹਦੇ ਨਾਲ ਪ੍ਰਮਾਤਮਾ ਦਾ ਮਿਲਾਪ ਹੋ ਜਾਵੇ, ਸਤਿਗੁਰੂ ਕਹਿੰਦੇ ਉਹਦੇ ਕੋਲ ਸੁੱਖ ਹੀ ਸੁੱਖ ਨੇ, ਉਹਦੇ ਕੋਲ ਸੁੱਖ ਨੇ। ਤੇ ਜਿਹੜਾ ਮਨੁੱਖ ਆਪਣੇ ਆਪ ਨੂੰ ਸਮਰਪਿਤ ਕਰ ਦੇਵੇ ਪ੍ਰਮਾਤਮਾ ਨੂੰ, ਤੇ ਫਿਰ ਸਾਰਾ ਸੰਸਾਰ ਜੋ ਹੈ ਉਸ ਦਾ ਹੋ ਜਾਂਦਾ ਹੈ। ਸੋ ਗੁਰੂ ਪਾਤਸ਼ਾਹ ਜੀ ਦੇ ਜਦੋਂ ਅਸੀਂ ਸਿਧਾਂਤਾਂ ਨੂੰ ਦੇਖਦੇ ਹਾਂ ਤੇ ਸਤਿਗੁਰਾਂ ਨੇ ਇੱਕ ਸਪਸ਼ਟ ਸਿਧਾਂਤ ਕਿ ਭਾਈ ਮਨੁੱਖ ਉਹ ਪ੍ਰਭੂ ਪ੍ਰਮਾਤਮਾ ਗੋਬਿੰਦ ਭਾਉ ਭਗਤ ਦਾ ਭੁੱਖਾ, ਜੋ ਉਸ ਪ੍ਰਮਾਤਮਾ ਦੇ ਨਾਲ ਪਿਆਰ ਕਰਦਾ ਹੈ, ਉਸ ਦੀ ਉਤਨੀ ਜ਼ਿਆਦਾ ਨੇੜਤਾ ਜੋ ਹੈ ਉਹ ਪ੍ਰਮਾਤਮਾ ਦੇ ਨਾਲ ਬਣਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਜੋ ਅੱਜ ਅਸੀਂ ਇਸ ਸ਼ਬਦ ਨੂੰ ਭਗਤ ਜੀ ਦਾ ਸ਼ਬਦ ਲੈ ਰਹੇ ਹਾਂ, ਇਸ ਸ਼ਬਦ ਦੇ ਅੰਦਰ ਜੋ ਪੂਜਾ ਦੇ ਢੰਗ ਸਨ ਉਹਨਾਂ ਦੇ ਬਾਰੇ ਵਿੱਚ ਗੱਲ ਕਰਕੇ ਸਾਨੂੰ ਗੁਰਮਤਿ ਦਾ ਜੋ ਸਿਧਾਂਤ ਹੈ ਉਹ ਸਿਖਾਉਣ ਦਾ ਜੋ ਯਤਨ ਹੈ ਉਹ ਕੀਤਾ ਜਾ ਰਿਹਾ ਹੈ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਸਨਾਤਨ ਮਤ ਨੂੰ ਪੜ੍ਹਦੇ ਹਾਂ ਤੇ ਵੱਖ-ਵੱਖ ਜੋ ਦੇਵੀ ਦੇਵਤੇ ਨੇ ਉਹਨਾਂ ਦੇ ਵਾਸਤੇ ਵੱਖ-ਵੱਖ ਕਿਸਮ ਦੀਆਂ ਫੁੱਲਾਂ ਦੀਆਂ ਭੇਟਾਵਾਂ ਨੇ। ਹੁਣ ਜੋ ਫੁੱਲ ਸੀ ਇਸ ਨੂੰ ਪਵਿੱਤਰਤਾ ਦੀ ਨਿਸ਼ਾਨੀ ਦੇ ਤੌਰ ਦੇ ਉੱਤੇ ਸੰਸਾਰ ਦੇ ਵਿੱਚ ਮੰਨਿਆ ਗਿਆ ਤੇ ਫਿਰ ਹਰ ਪੂਜਾ ਦੇ ਅੰਦਰ ਜਾਂ ਧਰਮ ਸਥਾਨਾਂ ਦੇ ਉੱਤੇ ਖਾਸ ਕਰਕੇ ਇਹ ਫੁੱਲ ਜੋ ਸੀ ਭੇਟ ਕੀਤੇ ਜਾਂਦੇ ਸਨ। ਇਹਨੂੰ ਨਾਲ ਲੈ ਕੇ ਜੋ ਪੂਜਾ ਕਰਨ ਵਾਸਤੇ ਜਾ ਰਿਹਾ ਹੈ ਉਹ ਅਰਪਣ ਕਰਨ ਵਾਸਤੇ ਜਾਂਦਾ ਸੀ। ਤੇ ਉਹਦੇ ਵਿੱਚ ਵੀ ਉਹਨਾਂ ਦੇ ਮਤ ਦੇ ਅਨੁਸਾਰ ਹਰ ਦੇਵਤੇ ਦੇ ਵਾਸਤੇ ਵੱਖਰਾ ਫੁੱਲ ਸੀ। ਜਿਵੇਂ ਸ਼ਿਵ ਨੇ, ਉਹਨਾਂ ਨੂੰ ਕੇਤਕੀ ਦਾ ਫੁੱਲ ਤੇ ਅਨਾਰ ਦਾ ਫੁੱਲ ਬਿਲਕੁਲ ਪਸੰਦ ਨਹੀਂ ਸੀ, ਅਤੇ ਫਿਰ ਉਹਨਾਂ ਨੂੰ ਧਤੂਰੇ ਦਾ ਜਿਹੜਾ ਫੁੱਲ ਹੈ ਉਹ ਪਸੰਦ ਹੈ। ਗਣੇਸ਼ ਜੀ, ਉਹਨਾਂ ਨੂੰ ਤੁਲਸੀ ਦਾ ਫੁੱਲ ਬਿਲਕੁਲ ਪਸੰਦ ਨਹੀਂ, ਲਾਲ ਗੁਲਾਬ ਦਾ ਫੁੱਲ ਪਸੰਦ ਹੈ। ਭਗਵਤੀ ਨੂੰ ਚੰਪਾ, ਚਮੇਲੀ, ਲਾਲ ਰੰਗ ਦੇ ਜੋ ਫੁੱਲ ਨੇ ਉਹ ਪਸੰਦ ਨੇ।
ਹਨੂਮਾਨ ਜੋ ਨੇ ਉਹਨਾਂ ਨੂੰ ਪੀਲੇ ਤੇ ਲਾਲ ਪਸੰਦ ਨੇ, ਲక్ష్ਮੀ ਨੂੰ ਕਮਲ, ਸ਼ਨੀ ਨੂੰ ਨੀਲੇ ਤੇ ਲਾਜਵੰਤੀ ਇਹ ਪਸੰਦ ਨੇ। ਫਿਰ ਇਸੇ ਤਰੀਕੇ ਦੇ ਨਾਲ ਹਰ ਜੋ ਫੁੱਲ ਹੈ ਉਸ ਫੁੱਲ ਦੀ ਆਪਣੀ ਆਪਣੀ ਜੋ ਹੈ ਉਹ ਇੰਪੋਰਟੈਂਸ ਹੈ, ਭਾਈ ਕਿਹੜੇ ਫੁੱਲ ਦੇ ਵਿੱਚੋਂ ਕੀ ਲੱਭੇਗਾ, ਕਿਹੜਾ ਫੁੱਲ ਕੀ ਅਰਪਣ ਕਰਨ ਦੇ ਨਾਲ ਉਹਦੇ ਵਿੱਚੋਂ ਲੱਭੇਗਾ ਕੀ। ਤੇ ਜਦੋਂ ਉਹਦੇ ਵੱਲ ਅਸੀਂ ਉਹਨਾਂ ਦੇ ਅਨੁਸਾਰ ਦੇਖਦੇ ਹਾਂ ਤੇ ਗੇਂਦੇ ਤੇ ਪੀਲੇ ਬ੍ਰਹਸਪਤੀ ਇਹ ਆਕਰਸ਼ਣ ਤੇ ਵਿਦਿਆ ਜੋ ਹੈ ਇਹਨਾਂ ਦੇ ਵਿੱਚੋਂ ਲੱਭਦੀ ਹੈ। ਜਦੋਂ ਗੁਲਾਬ ਦੀ ਗੱਲ ਕਰਦੇ ਨੇ ਕਿ ਗੁਲਾਬ ਅਰਪਣ ਕੀਤਾ ਜਾਏ ਤੇ ਉੱਥੇ ਲਾਲਸਾ ਹੁੰਦੀ ਹੈ, ਪਿਆਰ, ਵਿਆਹ, ਰਿਸ਼ਤਿਆਂ ਦੇ ਚੰਗੇ ਅਸਰ। ਜਦੋਂ ਜੋਤਿਸ਼ ਤੇ ਪੂਜਾ ਦੇ ਵਿੱਚ ਲਾਲ ਰੰਗ ਦੇ ਫੁੱਲ ਨੂੰ ਅਰਪਣ ਕੀਤਾ ਜਾਂਦਾ ਹੈ ਉਹਦੇ ਵਿੱਚੋਂ ਲੱਭਦਾ ਹੈ ਕਿ ਭਾਈ ਸੁੱਖ ਹੋਵੇਗਾ, ਖੁਸ਼ਬੂ ਹੋਵੇਗਾ। ਇਸੇ ਤਰੀਕੇ ਜਦੋਂ ਲక్ష్ਮੀ ਨੂੰ ਅਰਪਣ ਕੀਤੇ ਜਾਂਦੇ ਨੇ ਤੇ ਆਰਥਿਕ ਹਾਲਾਤ ਜੋ ਨੇ ਭਾਵ ਅਮੀਰੀ ਜੋ ਹੈ ਉਸ ਦੀ ਲਾਲਸਾ ਰੱਖੀ ਜਾਂਦੀ ਹੈ। ਕਮਲ ਦਾ ਫੁੱਲ ਜੋ ਹੈ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ। ਦੇਵੀ ਤੇ ਆਕਰਸ਼ਕ ਸਫੇਦ ਰੰਗ ਦੇ ਫੁੱਲਾਂ ਨੂੰ ਮੰਨਿਆ ਜਾਂਦਾ ਹੈ। ਕਮਲ ਤੋਂ ਭਾਵ ਕਿ ਸਰੈਂਡਰ ਕਰ ਦੇਣਾ, ਸਮਰਪਿਤ ਕਰ ਦੇਣਾ, ਸੰਤਾਨ ਪ੍ਰਾਪਤੀ, ਅਖੰਡ ਰਾਜ ਦੀ ਪ੍ਰਾਪਤੀ ਉਹ ਇਹਨਾਂ ਫੁੱਲਾਂ ਦੇ ਵਿੱਚੋਂ ਲੱਭਣ ਦੀ ਇੱਕ ਲਾਲਸਾ ਜੋ ਰੱਖੀ ਜਾਂਦੀ ਹੈ। ਇਸੇ ਕਰਕੇ ਵੱਖ-ਵੱਖ ਦੇਵੀ ਦੇਵਤਿਆਂ ਨੂੰ ਰੱਬ ਮੰਨ ਕੇ ਉਹਨਾਂ ਦੇ ਅੱਗੇ ਵੱਖ-ਵੱਖ ਜੋ ਫੁੱਲ ਨੇ ਉਹ ਅਰਪਣ ਕੀਤੇ ਜਾਂਦੇ ਹਨ। ਫਿਰ ਜਦੋਂ ਇਸ਼ਨਾਨਾਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੇ ਸ਼ਾਸਤਰਾਂ ਦੇ ਮੁਤਾਬਕ ਜੋ ਵੀ ਉਹਨਾਂ ਦੇ ਕੋਲ ਮੂਰਤੀਆਂ ਨੇ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਦਾ ਬਿੰਬ ਸਮਝ ਕੇ ਪੂਜਦੇ ਨੇ ਤੇ ਵੱਖ-ਵੱਖ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਜੋ ਨੇ ਤਿਆਰ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਉਹ ਪੂਜਾ ਕਰਦੇ ਨੇ ਤੇ ਉਹਦੇ ਵਿੱਚ ਇੱਕ ਗੱਲ ਉਹਨਾਂ ਨੂੰ ਜੋ ਸਿਧਾਂਤਕ ਤੌਰ ਦੇ ਉੱਤੇ ਉਹਨਾਂ ਦੇ ਸਿਧਾਂਤ ਦੇ ਮੁਤਾਬਕ ਸਮਝਾਈ ਜਾਂਦੀ ਹੈ ਕਿ ਮੂਰਤੀਆਂ ਦਾ ਇਸ਼ਨਾਨ ਬੜਾ ਜ਼ਰੂਰੀ ਹੈ। ਤੇ ਜਦੋਂ ਮੂਰਤੀਆਂ ਦੇ ਇਸ਼ਨਾਨ ਦੀ ਗੱਲ ਆਉਂਦੀ ਹੈ ਤੇ ਉਹਦੇ ਵਿੱਚ ਉਹਨਾਂ ਦੇ ਸ਼ਾਸਤਰ ਦੇ ਮੁਤਾਬਕ ਪ੍ਰਤਿਮਾ ਪਤਤ ਯੰਤਰ ਨਾ ਨਿਤ ਸਨਾਨੰਗ ਨਾ ਕਰ ਹੇਤੂ ਪਰਬ ਦਿਵਸੈ ਯਥਾ ਮਲ ਨਿਵਾਰਨ। ਇਹ ਤੋਂ ਭਾਵ ਇਹ ਹੈ ਕਿ ਜਿਹੜੀਆਂ ਮੂਰਤੀਆਂ ਨੇ ਇਹ ਧੂੜ ਪੈ ਕੇ ਮੈਲੇ ਕੁਚਾਲੇ ਹੱਥ ਲੱਗ ਕੇ ਕਿਸੇ ਗੰਦੇ ਮਨੁੱਖ ਦਾ, ਆਚਰਨਹੀਨ ਮਨੁੱਖ ਦਾ ਹੱਥ ਲੱਗ ਕੇ ਇਹ ਜਿਹੜੀਆਂ ਨੇ ਪਤਤ ਹੋ ਜਾਂਦੀਆਂ ਨੇ, ਇਹ ਜਿਹੜੀਆਂ ਨੇ ਖਰਾਬ ਹੋ ਜਾਂਦੀਆਂ ਨੇ, ਪਿੱਟ ਜਾਂਦੀਆਂ ਨੇ। ਫਿਰ ਇਹਨਾਂ ਦਾ ਇਸ਼ਨਾਨ ਜੋ ਹੈ ਜ਼ਰੂਰੀ ਰੋਜ਼ ਨਹੀਂ ਹੋ ਸਕਦਾ ਤੇ ਫਿਰ ਉਹਨਾਂ ਦੇ ਮੁਤਾਬਕ ਕਿ ਇਸ਼ਨਾਨ ਕਰਾਉਣਾ ਹੈ ਜਦੋਂ ਕੋਈ ਪੁਰਬ ਹੋਵੇ, ਦਿਵਸ ਹੋਵੇ, ਉਦੋਂ ਇਸ਼ਨਾਨ ਕਰਾ ਕੇ ਇਹਨਾਂ ਦੀ ਮੈਲ ਜੋ ਹੈ, ਇਹਨਾਂ ਦੀ ਪਿੱਟਤਾ ਜੋ ਹੈ ਉਸ ਨੂੰ ਦੂਰ ਕਰਨਾ ਹੈ। ਤੇ ਫਿਰ ਉਹਦੇ ਵਾਸਤੇ ਖਾਸ ਵਿਧੀਆਂ ਮੰਨੀਆਂ ਜਾਂਦੀਆਂ ਨੇ, ਖਾਸ ਵਿਧੀਆਂ, ਖਾਸ ਢੰਗ ਦੇ ਨਾਲ ਪਾਣੀ ਦਾ ਲਿਆਉਣਾ, ਖਾਸ ਮੰਤਰਾਂ ਦਾ ਉਚਾਰਨ ਕਰਨਾ, ਫਿਰ ਉਹਦੀ ਜੋ ਹੈ ਕਹਿੰਦੇ ਨੇ ਭਈ ਉਹਦਾ ਇਸ਼ਨਾਨ ਕਰਾਉਣਾ। ਜਾਂ ਫਿਰ ਇੱਕ ਦੂਜਾ ਫਲਸਫਾ ਇਹ ਹੈ ਕਿ ਜੇ ਕਦੇ ਘਰ ਦੇ ਅੰਦਰ ਰੱਖੀ ਹੋਈ 6 ਉਂਗਲਾਂ ਤੋਂ ਛੋਟੀ ਹੈ ਮੂਰਤ ਤੇ ਉਹਦਾ ਰੋਜ਼ ਇਸ਼ਨਾਨ ਕਰਵਾ ਲਓ। ਹੁਣ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਮਨਸ਼ਾ ਇਹ ਹੈ ਕਿ ਪ੍ਰਮਾਤਮਾ ਜਾਂ ਉਹ ਦੇਵੀ ਦੇਵਤਾ ਜੋ ਹੈ ਉਹ ਖੁਸ਼ ਹੋ ਜਾਵੇਗਾ। ਫਿਰ ਜਦੋਂ ਕੁਝ ਭੇਟ ਕਰਨ ਵਾਸਤੇ, ਖਾਣ ਦੇ ਵਾਸਤੇ ਦੇਵੀ ਦੇਵਤਿਆਂ ਨੂੰ ਰੱਖਿਆ ਜਾਂਦਾ ਹੈ, ਮੂਰਤੀਆਂ ਦੇ ਅੱਗੇ ਰੱਖਿਆ ਜਾਂਦਾ ਹੈ, ਉਹਦੇ ਵਿੱਚ ਵੀ ਉਹਨਾਂ ਦਾ ਆਪਣਾ ਸਵਾਦ ਕੀ ਹੈ, ਉਹਨਾਂ ਦਾ ਭੋਜਨ ਪਸੰਦ ਵਾਲਾ ਕਿਹੜਾ ਹੈ, ਉਹਨਾਂ ਦੇ ਵਾਸਤੇ ਰੰਗ ਕਿਹੜੇ ਦਾ ਭੋਜਨ ਹੈ, ਇਹ ਵੀ ਵੱਖ-ਵੱਖ ਜੋ ਨੇ ਉੱਥੇ ਨਿਯਤ ਕੀਤੇ ਹੋਏ ਨੇ। ਅਤੇ ਖਾਸ ਕਰਕੇ ਦੁੱਧ ਦੇ ਨਾਲ ਬਣੇ ਹੋਏ ਪਦਾਰਥ ਜੋ ਨੇ ਉਹ ਲਗਭਗ ਸਾਰੇ ਹੀ ਜੋ ਦੇਵੀ ਦੇਵਤੇ ਨੇ ਜਾਂ ਜਿਨ੍ਹਾਂ ਨੂੰ ਇਸ਼ਟ ਮੰਨ ਕੇ, ਰੱਬ ਮੰਨ ਕੇ ਪੂਜਾ ਕੀਤੀ ਜਾਂਦੀ ਹੈ ਉਹਨਾਂ ਦੇ ਅੱਗੇ ਚੜਾਏ ਜਾਂਦੇ ਨੇ। ਹੁਣ ਭਗਤ ਜੀ ਨੇ ਉਸੇ ਫਲਸਫੇ ਦੇ ਮੁਤਾਬਕ ਪੂਜਾ ਕਰਨ ਵਾਲੇ ਲੋਕਾਂ ਨੂੰ ਜੋ ਸਾਡਾ ਗੁਰਮਤਿ ਦਾ ਸਿਧਾਂਤ ਹੈ ਉਹ ਸਮਝਾਉਣ ਦਾ ਯਤਨ ਕੀਤਾ। ਜਿਹੜੀ ਅਸੀਂ ਵਿਚਾਰ ਨੂੰ ਲੈ ਰਹੇ ਹਾਂ ਉਹਦੇ ਵਿੱਚ ਜੋ ਗੁਰਮਤਿ ਦੀ ਵਿਚਾਰ ਹੈ ਉਹ ਇਹ ਹੈ, ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇਤੂ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਕਿ ਭਈ ਪ੍ਰਮਾਤਮਾ ਦੇ ਨਾਲ ਮਿਲਣ ਦੇ ਵਾਸਤੇ ਆਪਾਂ ਸਵਾਰਨਾ ਪਵੇਗਾ ਕਿਸੇ ਪੂਜਾ ਦੇ ਖਾਸ ਢੰਗ ਦੇ ਨਾਲ, ਇਸ ਜਾਂ ਕੁਝ ਖਾਸ ਅਰਪਣ ਕਰਨ ਦੇ ਨਾਲ, ਜਾਂ ਕੁਝ ਖਾਸ ਕਿਸੇ ਪ੍ਰਮਾਤਮਾ ਸਮਝ ਕੇ ਕਿਸੇ ਨੂੰ ਜਾਂ ਕਿਸੇ ਦੇਵੀ ਦੇਵਤੇ ਦੇ ਅੱਗੇ ਰੱਖਣ ਦੇ ਨਾਲ ਉਹ ਪ੍ਰਮਾਤਮਾ, ਪ੍ਰਭੂ ਪ੍ਰਮਾਤਮਾ ਜੋ ਖੁਸ਼ ਨਹੀਂ ਹੋਣ ਵਾਲਾ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਸ਼ਬਦ ਦੇ ਅੰਦਰ ਜੋ ਭਗਤ ਜੀ ਸਾਨੂੰ ਗਿਆਨ ਬਖਸ਼ਿਸ਼ ਕਰ ਰਹੇ ਨੇ, ਦੂਧ ਤਾਂ ਬਛੜਾ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਕਿ ਭਈ ਮਨੁੱਖ ਜੋ ਹੈ ਉਹ ਜਦੋਂ ਵੀ ਕਿਤੇ ਵੀ ਕਿਸੇ ਧਾਰਮਿਕ ਸਥਾਨ ਦੇ ਉੱਤੇ ਕੁਝ ਲੈ ਕੇ ਜਾਂਦਾ ਹੈ ਉਹਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਪਾਕ, ਸਾਫ਼ ਤੇ ਸੁੱਚਾ ਹੋਵੇ। ਇਸੇ ਤਰੀਕੇ ਦੇ ਨਾਲ ਜਦੋਂ ਦੁੱਧ ਦੇ ਨਾਲ ਕੋਈ ਪਦਾਰਥ ਤਿਆਰ ਕਰ ਰਿਹਾ ਹੈ, ਜਦੋਂ ਦੁੱਧ ਨੂੰ ਲੈ ਕੇ ਜਾ ਰਿਹਾ ਹੈ ਭੇਟ ਕਰਨ ਵਾਸਤੇ, ਤਾਂ ਉਹਦੇ ਮਨ ਦੇ ਅੰਦਰ ਮਨਸ਼ਾ ਹੈ ਕਿ ਬਿਲਕੁਲ ਪਾਕ ਹੈ, ਸਾਫ਼ ਹੈ, ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦਾ, ਇਹ ਸੁੱਚਾ ਹੈ। ਤੇ ਇਹ ਖਿਆਲ ਰੱਖ ਕੇ ਜਾਂ ਫੁੱਲ ਨੂੰ ਲੈ ਕੇ ਜਾ ਰਿਹਾ ਹੈ, ਡਾਲੀ ਦੇ ਨਾਲ ਉਹ ਤੋੜਦਾ ਹੈ।
ਹੱਥ ਸਾਫ਼ ਕਰਕੇ ਤੁਰਦਾ ਹੈ ਕਿ ਭਈ ਇਹ ਬਿਲਕੁਲ ਪਾਕ ਤੇ ਸਾਫ਼ ਫੁੱਲ ਹੈ, ਇਸ ਨੂੰ ਮੈਂ ਭੇਟ ਕਰਾਂਗਾ ਤੇ ਬਿਲਕੁਲ ਸੁੱਚਾ ਫੁੱਲ ਜੋ ਹੈ ਉਹ ਰੱਬ ਦੇ ਅੱਗੇ ਜੋ ਹੈ, ਮੇਰੇ ਇਸ਼ਟ ਦੇ ਅੱਗੇ ਇਸ ਨੂੰ ਮੈਂ ਭੇਟ ਕਰਕੇ ਜੋ ਹੈ ਉਹਨੂੰ ਇਹ ਪ੍ਰਵਾਨ ਹੋ ਜਾਵੇਗਾ। ਪਰ ਸਤਿਗੁਰੂ ਪਾਤਸ਼ਾਹ ਦੇ ਸਿਧਾਂਤ ਦੇ ਮੁਤਾਬਕ ਜੋ ਭਗਤ ਜੀ ਨੇ ਉਹ ਸਮਝਾ ਰਹੇ ਨੇ, ਨਹੀਂ ਭਾਈ ਅਸਲ ਵਿੱਚ ਇਹ ਗੱਲ ਨਹੀਂ, ਇਹ ਤੇਰੇ ਅੰਦਰ ਇੱਕ ਭੁਲੇਖਾ ਹੈ। ਭਗਤ ਜੀ ਸਮਝਾ ਰਹੇ ਨੇ, ਦੂਧ ਤਾਂ ਬਛੜਾ ਥਨੋਂ ਬਿਟਾਰਿਓ, ਕਿ ਭਾਈ ਮਨੁੱਖ ਜਿਹੜੇ ਬੱਚੇ ਨੇ ਥਣਾ ਤੋਂ ਹੀ ਦੁੱਧ ਜੋ ਹੈ ਜੁੱਠਾ ਕਰ ਲਿਆ, ਤੇ ਫੁੱਲ ਜੋ ਹੈ ਉਹ ਭਵਰੇ ਨੇ ਉਸਨੇ ਸੁੰਘ ਕੇ ਜੁੱਠਾ ਕਰ ਲਿਆ। ਇਸੇ ਤਰੀਕੇ ਦੇ ਨਾਲ ਜਿਹੜਾ ਪਾਣੀ ਹੈ, ਜਿਸ ਨੂੰ ਤੂੰ ਸਾਫ਼ ਪਾਕ ਸਮਝ ਕੇ ਚੜਾ ਰਿਹਾ ਹੈ, ਇਸ਼ਨਾਨ ਕਰਾ ਰਿਹਾ ਹੈ ਜਾਂ ਦੇਵਤੇ ਨੂੰ ਜਾਂ ਕਿਸੇ ਇਸ਼ਟ ਨੂੰ ਚੜਾ ਰਿਹਾ ਹੈ, ਤੇ ਕਹਿੰਦੇ ਨੇ ਇਹ ਵੀ ਤਾਂ ਮੱਛੀ ਜੋ ਹੈ ਉਸਨੇ ਖਰਾਬ ਕੀਤਾ ਹੋਇਆ, ਪਾਪ ਇਹਦੇ ਵਿੱਚੋਂ ਕੋਈ ਵੀ ਚੀਜ਼ ਜੋ ਹੈ ਸ਼ੁੱਧ ਨਹੀਂ ਰਹੀ। ਤੇ ਫਿਰ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ। ਹੁਣ ਭਗਤ ਜੀ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਜੋ ਗੁਰਮਤਿ ਦਾ ਸਿਧਾਂਤ ਹੈ ਉਹਨੂੰ ਹੋਰ ਵੀ ਸਪਸ਼ਟ ਕਰਦੇ ਨੇ ਤੇ ਸਮਝਾ ਰਹੇ ਨੇ, ਮਾਈ ਤੋਂ ਭਾਵ ਹੇ ਮਾਂ, ਕਹਾਂ ਤੋਂ ਭਾਵ ਕਿੱਥੋਂ, ਲੈ ਤੋਂ ਭਾਵ ਲੈ ਕੇ, ਤੇ ਚਰਾਵੋ ਤੋਂ ਭਾਵ ਭੇਟ ਕਰਾਂ, ਤੇ ਫਿਰ ਅਨੂਪ ਤੋਂ ਭਾਵ ਜਿਸ ਵਰਗਾ ਸੰਸਾਰ ਦੇ ਅੰਦਰ ਹੋਰ ਕੋਈ ਨਹੀਂ, ਉਹ ਅਕਾਲ ਪੁਰਖ ਜਿਸ ਵਰਗਾ ਕੋਈ ਸੁੰਦਰ ਨਹੀਂ, ਤੇ ਪਾਵੋ ਤੋਂ ਭਾਵ ਮੈਂ ਹਾਸਲ ਨਹੀਂ ਕਰ ਸਕਾਂਗਾ। ਹੁਣ ਭਗਤ ਜੀ ਰਾਉ ਦੀਆਂ ਪੰਕਤੀਆਂ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਹੇ ਮਾਂ, ਗੋਬਿੰਦ ਦੀ ਪੂਜਾ ਕਰਨ ਦੇ ਲਈ ਮੈਂ ਹੋਰ ਕਿੱਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ, ਕੋਈ ਹੋਰ ਸੁੱਚਾ ਫਲ ਆਦਿਕ ਮਿਲ ਹੀ ਨਹੀਂ ਸਕਦਾ। ਭਾਵ ਸੁੱਚਾ ਫਲ, ਸੁੱਚਾ ਜਲ ਜਾਂ ਹੋਰ ਜਿਹੜੀ ਵੀ ਚੀਜ਼ ਮੈਂ ਸੁੱਚੀ ਸਮਝ ਕੇ ਲਿਆ ਰਿਹਾ, ਇਹ ਜੋ ਹੈ ਫੁੱਲ ਦੀ ਗੱਲ ਕਰਾਂ, ਖਾਣ ਪੀਣ ਦੀਆਂ ਵਸਤੂਆਂ ਦੀ ਗੱਲ ਕਰਾਂ ਜਾਂ ਦੁੱਧ ਦੀ ਗੱਲ ਕਰਾਂ, ਪਾਣੀ ਦੀ ਗੱਲ ਕਰਾਂ, ਇਹ ਸਾਰਾ ਕੁਝ ਜੋ ਹੈ ਝੂਠਾ ਹੋ ਗਿਆ, ਇਹ ਸਾਫ਼ ਨਹੀਂ, ਇਹ ਪਾਕ ਨਹੀਂ। ਤੇ ਕਹਿ ਰਹੇ ਨੇ ਭਾਈ ਮੈਂ ਇਹ ਲੈ ਕੇ ਕਿੱਥੋਂ ਆਵਾਂ, ਮਿਲ ਹੀ ਨਹੀਂ ਸਕਦਾ। ਤੇ ਜੇ ਕਦੇ ਇਹ ਮਿਲ ਨਹੀਂ ਸਕਦਾ, ਕੀ ਮੈਂ ਇਸ ਘਾਟ ਕਰਕੇ ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ। ਹੁਣ ਸਵਾਲ ਖੜਾ ਕਰ ਦਿੱਤਾ ਭਗਤ ਜੀ ਨੇ ਕਿ ਭਾਈ ਦਸ ਅਕਾਲ ਪੁਰਖ ਵਾਹਿਗੁਰੂ ਦੀ ਜੇ ਕਦੇ ਸੇਵਾ ਇਹਨਾਂ ਚੀਜ਼ਾਂ ਦੇ ਨਾਲ ਕਰਿਆ ਰੱਬ ਲੱਭਦਾ ਹੁੰਦਾ, ਤੇ ਫਿਰ ਇਹ ਸਾਰੀਆਂ ਝੂਠੀਆਂ ਨੇ। ਤੇ ਜੇ ਕਦੇ ਝੂਠੀਆਂ ਨੇ ਤੇ ਸੁੱਚੀ ਚੀਜ਼ ਮੈਨੂੰ ਲੱਭ ਨਹੀਂ ਰਹੀ, ਸਾਫ਼ ਤੇ ਪਾਕ ਮੈਨੂੰ ਲੱਭ ਨਹੀਂ ਰਹੀ, ਨਾ ਫੁੱਲ ਲੱਭ ਰਿਹਾ ਹੈ, ਨਾ ਮੈਨੂੰ ਜੋ ਹੈ ਦੁੱਧ ਲੱਭ ਰਿਹਾ ਹੈ, ਨਾ ਮੈਨੂੰ ਜੋ ਹੈ ਪਾਣੀ ਲੱਭ ਰਿਹਾ ਹੈ, ਤੇ ਫਿਰ ਕਿਤੇ ਮੈਂ ਇਸ ਘਾਟ ਕਰਕੇ ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਕਰਨ ਤੋਂ ਚੁੱਕ ਤੇ ਨਹੀਂ ਜਾਵਾਂਗਾ। ਹੁਣ ਭਗਤ ਜੀ ਨੇ ਜਦੋਂ ਇਹ ਸਵਾਲ ਸਾਹਮਣੇ ਰੱਖਿਆ ਤੇ ਗੁਰਮਤ ਦਾ ਸਿਧਾਂਤ ਜੋ ਹੈ ਉਹ ਸਾਨੂੰ ਸਮਝਾਉਂਦਾ, ਨਹੀਂ ਭਾਈ ਇਹੋ ਜੀ ਕੋਈ ਗੱਲ ਨਹੀਂ ਕਿ ਪ੍ਰਮਾਤਮਾ ਤੈਨੂੰ ਨਹੀਂ ਲੱਭ ਸਕਦਾ। ਤੇ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਹਿਲੀ ਗੱਲ ਕਿ ਤੈਨੂੰ ਗੁਰਮਤ ਦਾ ਇਹ ਸਿਧਾਂਤ ਸਪਸ਼ਟ ਹੋਣਾ ਚਾਹੀਦਾ ਹੈ ਕਿ ਪ੍ਰਭੂ ਪਰਮਾਤਮਾ ਹਰ ਹਿਰਦੇ ਦੇ ਅੰਦਰ ਹੈ, ਪ੍ਰਭੂ ਪਰਮਾਤਮਾ ਜ਼ਰੇ ਜ਼ਰੇ ਦੇ ਅੰਦਰ ਹੈ, ਪ੍ਰਭੂ ਪਰਮਾਤਮਾ ਹਰ ਥਾਂ ਦੇ ਉੱਤੇ ਹੈ, ਜਲ ਥਲ ਮਈਲ ਰਿਆ ਭਰਪੂਰ। ਉਹ ਕੋਈ ਦੂਰ ਨਹੀਂ ਕਿ ਜਿਹੜਾ ਤੇਰੀ ਪੂਜਾ ਦੇ ਉੱਤੇ ਖੁਸ਼ ਹੋਵੇਗਾ ਫਿਰ ਤੇਰੇ ਕੋਲ ਆਵੇਗਾ ਜਾਂ ਉਹਨੂੰ ਤੂੰ ਵਸ ਕਰ ਲਵੇਂਗਾ ਕੋਈ ਭੇਟਾ ਦੇ ਕੇ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਘਰ ਹੀ ਮੁੰਦ ਵਿਦੇਸ਼ ਫਿਰ ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਸਤਿਗੁਰੂ ਕਹਿੰਦੇ ਭਾਈ ਨੀਅਤ ਰਾਸ ਹੋ ਜਾਵੇ, ਸੱਚ ਕਰਕੇ ਜੇ ਤੂੰ ਪ੍ਰਭੂ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਤੇਰੀ ਨੀਅਤ ਸਾਫ਼ ਹੈ, ਤੂੰ ਆਪਣੇ ਆਪ ਨੂੰ ਸਵਾਰ ਲਿਆ, ਤੇ ਫਿਰ ਪ੍ਰਭੂ ਪਰਮਾਤਮਾ ਤੇਰੇ ਕੋਲ ਹੈ, ਤੇਰੇ ਅੰਦਰ ਹੈ, ਤੇਰੇ ਵਿੱਚ ਵਸ ਰਿਹਾ ਹੈ, ਤੈਨੂੰ ਉਸ ਦੇ ਨਾਲ ਮਿਲਦਿਆਂ ਢਿੱਲ ਨਹੀਂ ਲੱਗੇਗੀ। ਪਹਿਲਾਂ ਇਹ ਯਕੀਨ ਤਾਂ ਬਣਾ, ਜੈ ਜੈ ਪੇਖੋਂ ਤੈ ਹਜੂਰ ਦੂਰ ਕਤੂ ਨਾ ਜਾਏ। ਤੂੰ ਪਹਿਲਾਂ ਵਿਸ਼ਵਾਸ ਤੇ ਪੈਦਾ ਕਰ ਕਿ ਉਹ ਪ੍ਰਭੂ ਪਰਮਾਤਮਾ ਮੈਂ ਜਿੱਧਰ ਦੇਖ ਰਿਹਾ ਹਰ ਪਾਸੇ ਹੈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ, ਉਸ ਹਰ ਸ਼ੈ ਦੇ ਵਿੱਚ ਹੈ, ਤੇ ਤੈਨੂੰ ਉਸ ਨੂੰ ਧਿਆਉਣਾ ਹੈ, ਤੈਨੂੰ ਉਸ ਨੂੰ ਚੇਤੇ ਕਰਨਾ ਹੈ। ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਕਹਿੰਦੇ ਪਹਿਲਾਂ ਤੂੰ ਵਿਸ਼ਵਾਸ ਤੇ ਪੈਦਾ ਕਰ ਭਾਈ ਕਿ ਉਹ ਪਰਮਾਤਮਾ ਹੈ ਤੇ ਜ਼ਰੇ ਜ਼ਰੇ ਵਿੱਚ ਹੈ। ਇਸੇ ਕਰਕੇ ਕਬੀਰ ਜੀ ਕਹਿੰਦੇ ਨੇ, ਕਬੀਰ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਏ, ਕਿ ਉਹ ਪਰਮਾਤਮਾ ਜੋ ਹੈ ਆਪਣੀ ਖਲਕਤ ਦੇ ਅੰਦਰ ਹੈ, ਹਰ ਸ਼ੈ ਦੇ ਅੰਦਰ ਮੌਜੂਦ ਹੈ। ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ। ਜਦੋਂ ਤੱਕ ਇਸ ਗੱਲ ਦਾ ਵਿਸ਼ਵਾਸ ਨਾ ਬਣੇ ਕਿ ਪ੍ਰਭੂ ਪਰਮਾਤਮਾ ਜ਼ਰੇ ਜ਼ਰੇ ਦੇ ਅੰਦਰ ਹੈ, ਕਣ ਕਣ ਵਿੱਚ ਹੈ, ਹਰ ਥਾਂ ਦੇ ਉੱਤੇ ਮੌਜੂਦ ਹੈ, ਕੋਈ ਵੀ ਥਾਂ ਕੋਈ ਵੀ ਸ਼ੈ ਉਸ ਤੋਂ ਬਿਨਾਂ ਜੋ ਹੈ ਅਧੂਰੀ ਹੈ, ਉਦੋਂ ਤੱਕ
ਮਨੁੱਖ ਦਾ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ, ਕਿਉਂਕਿ ਪਹਿਲਾਂ ਇਹ ਯਕੀਨ ਕਰਨਾ ਹੈ ਕਿ ਪਰਮਾਤਮਾ ਬਿਲਕੁਲ ਹਰ ਜ਼ਰੇ 'ਚ ਹੈ ਤੇ ਮੇਰੇ ਅੰਦਰ ਵਸ ਰਿਹਾ ਹੈ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਹੀ ਭਗਤ ਜੀ ਨੇ, ਭਗਤ ਨਾਮਦੇਵ ਜੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਨੇ ਇਸ ਸ਼ਬਦ ਦੀ ਵਿਆਖਿਆ ਬੜੇ ਸੁਚੱਜੇ ਢੰਗ ਨਾਲ ਕਰਕੇ ਸਮਝਾਉਣ ਦਾ ਯਤਨ ਕੀਤਾ ਹੈ। ਭਗਤ ਜੀ ਕਹਿੰਦੇ ਨੇ ਭਈ ਪਰਮਾਤਮਾ ਨੂੰ ਪਾਉਣ ਲਈ, ਖੁਸ਼ ਕਰਨ ਲਈ ਪੂਜਾ ਦੇ ਵੱਖ-ਵੱਖ ਢੰਗ ਤਰੀਕੇ ਸੰਸਾਰ ਦੇ ਅੰਦਰ ਅਪਣਾਏ ਗਏ ਨੇ, ਪਰ ਸੱਚ ਕਰਕੇ ਸਮਝ ਜੋ ਸੀ ਉਹਨਾਂ ਨੂੰ ਨਹੀਂ ਆ ਸਕੀ ਕਿ ਪਰਮਾਤਮਾ ਲੱਭੇਗਾ ਕਿਵੇਂ। ਉਹ ਤਾਂ ਕੇਵਲ ਪੂਜਾ ਦੇ ਢੰਗਾਂ ਦੇ ਅੰਦਰ ਹੀ ਉਲਝੇ ਰਹੇ ਹਨ ਤੇ ਫਿਰ ਉਸ ਪ੍ਰਭੂ ਪਰਮਾਤਮਾ ਨੂੰ ਪਾ ਨਹੀਂ ਸਕੇ, ਜਾਂ ਸੱਚ ਕਰਕੇ ਉਹ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਪਾਇਆ। ਭਗਤ ਜੀ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਆਨੀਲੇ ਕੁੰਭ ਭਰਾਈਲੇ ਉਦਕ ਠਾਕੁਰ ਕੋ ਇਸ਼ਨਾਨ ਕਰੋ। ਕਹਿੰਦੇ ਨੇ ਜਦੋਂ ਮੈਂ ਪਾਣੀ ਦਾ ਘੜਾ ਲੈ ਕੇ ਆਇਆ ਤੇ ਉਹਦੇ ਵਿੱਚ ਫਿਰ ਪਾਣੀ ਭਰ ਲਿਆ, ਘੜਾ ਲਿਆ ਕੇ ਉਹਦੇ ਵਿੱਚ ਪਾਣੀ ਭਰਿਆ ਤੇ ਫਿਰ ਉਸ ਮੂਰਤੀ ਬੁੱਤ ਜਿਹਨੂੰ ਪ੍ਰਮਾਤਮਾ ਕਰਕੇ ਠਾਕੁਰ ਭਾਵ ਮੂਰਤੀ ਬੁੱਤ ਜਿਹਨੂੰ ਪ੍ਰਮਾਤਮਾ ਕਰਕੇ ਉਹਦੀ ਪੂਜਾ ਕਰ ਰਿਹਾ, ਕਹਿੰਦੇ ਮੈਂ ਉਸਦਾ ਇਸ਼ਨਾਨ ਕਰਾਵਾਂ। ਮੈਂ ਇਸ਼ਨਾਨ ਕਰਾਂਦਾ ਤੇ ਭਗਤ ਜੀ ਕਹਿੰਦੇ ਨੇ ਭਾਈ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇਕ। ਜੀ ਤੋਂ ਭਾਵ ਜੀਵ ਤੇ ਬੀਠਲ ਪਹਿਲਾ ਤੋਂ ਭਾਵ ਮਾਇਆ ਦੇ ਪ੍ਰਭਾਵ ਤੋਂ ਪਰੇ ਹਰੀ। ਉਹ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਉੱਤੇ ਮਾਇਆ ਦਾ ਅਸਰ ਨਹੀਂ। ਪਹਿਲਾ ਤੋਂ ਭਾਵ ਹੋ ਗਿਆ ਵਸਦਾ ਸੀ, ਜਿਹੜਾ ਪ੍ਰਮਾਤਮਾ ਹਰ ਸ਼ੈ ਦੇ ਵਿੱਚ ਵਸ ਰਿਹਾ ਹੈ, ਤੇ ਕਾਇ ਤੋਂ ਭਾਵ ਹੋ ਗਿਆ ਕਾਹਦੇ ਲਈ। ਹੁਣ ਇੱਥੇ ਭਗਤ ਜੀ ਇਹ ਗੱਲ ਸਮਝਾਉਂਦੇ ਨੇ ਕਿ ਜੇ ਕਦੇ ਮੈਂ ਇੱਕ ਘੜਾ ਲੈ ਕੇ ਉਹਦੇ ਚ ਪਾਣੀ ਭਰ ਲਿਆ ਤੇ ਫਿਰ ਆਪਣੇ ਉਸ ਇਸ਼ਟ ਨੂੰ ਠਾਕਰ ਨੂੰ ਇਸ਼ਨਾਨ ਜੋ ਹੈ ਕਰਾਂਦਾ, ਤੇ ਕਹਿੰਦੇ ਨੇ ਭਾਈ 42 ਜੀ ਜਲ ਮੈਂ ਰਹਿ ਉੱਤੇ ਬੀਠਲ ਪਹਿਲਾ ਕਾਇ ਕਰੋ, ਕਿ ਕਹਿੰਦੇ ਨੇ ਪਾਣੀ ਵਿੱਚ 42 ਲੱਖ ਜੀਵ ਜੂਨਾ ਰਹਿੰਦੀਆਂ ਹਨ, ਪਰ ਮੇਰਾ ਨਿਰਲੇਪ ਪ੍ਰਭੂ ਪਹਿਲਾਂ ਹੀ ਉਹਨਾਂ ਜੀਵਾਂ ਵਿੱਚ ਵਸਦਾ ਸੀ ਤੇ ਇਸ਼ਨਾਨ ਕਰ ਰਿਹਾ ਸੀ। ਫਿਰ ਮੈਂ ਮੂਰਤੀ ਨੂੰ ਲੈ ਕੇ ਕਿਸ ਲਈ ਇਸ਼ਨਾਨ ਕਰਾਵਾਂ। ਦੇਖੋ ਇੱਥੇ ਸਿਧਾਂਤ ਕਿਵੇਂ ਸਪਸ਼ਟ ਕਰ ਰਹੇ ਨੇ ਕਿ ਪਹਿਲੀ ਗੱਲ ਕਿ ਬੰਦੇ ਨੇ ਭਾਂਡਾ ਲਿਆਂਦਾ, ਘੜਾ ਲਿਆਂਦਾ, ਉਹਦੇ ਚ ਪਾਣੀ ਭਰਿਆ, ਬੜੀ ਸੁਚਮਤਾ ਕੀਤੀ ਭਈ ਮੈਂ ਸੁੱਚਾ ਪਾਣੀ ਲੈ ਕੇ ਆਪਣੇ ਉਸ ਠਾਕਰ ਨੂੰ ਜੋ ਇਸ਼ਨਾਨ ਕਰਾਵਾਂਗਾ। ਪਰ ਭਗਤ ਜੀ ਕਹਿੰਦੇ ਪਹਿਲੀ ਗੱਲ ਤਾਂ 42 ਲੱਖ ਜੀ ਜਿਹੜੇ ਨੇ ਉਹਦੇ ਵਿੱਚ ਰਹਿਣ, ਕਿਉਂਕਿ ਕਿਸੇ ਦਾ ਸਿਧਾਂਤ ਹੈ ਕਿ 42 ਲੱਖ ਨੇ। ਅਸੀਂ ਇਹਨਾਂ ਗਿਣਤੀਆਂ 'ਚ ਨਹੀਂ ਪੈਣਾ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸਾਨੂੰ ਸਮਝਾਇਆ ਕੇਤੀਆਂ ਖਾਨੀ ਕੇਤੀਆਂ ਬਾਨੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਕੋਈ ਜੂਨਾ ਦਾ ਅੰਤ ਨਹੀਂ, ਲੇਕਿਨ ਕਿਸੇ ਦਾ ਫਲਸਫਾ ਹੈ। ਹੁਣ ਭਗਤ ਜੀ ਉਹਨਾਂ ਨੂੰ ਉਹਨਾਂ ਦੀ ਬੋਲੀ ਸਮਝਾ ਰਹੇ ਨੇ, ਭਾਈ ਤੁਸੀਂ ਮੰਨਦੇ ਹੋ ਕਿ 42 ਲੱਖ ਜਲ ਪਾਣੀ ਦੇ ਵਿੱਚ ਜੋ ਨੇ ਜੀਵ ਨੇ, ਤੇ ਫਿਰ ਉਹ ਜੀਵ ਸਾਰੀ ਉਸ ਪਾਣੀ 'ਚ ਰਹਿੰਦੇ ਆ, ਉਹ ਪਾਣੀ ਪੀ ਵੀ ਰਹੇ ਨੇ, ਉੱਥੇ ਉਹਨਾਂ ਦੀਆਂ ਸਾਰੀਆਂ ਕਿਰਿਆਵਾਂ ਨੇ, ਤੇ ਪਾਣੀ ਤੇ ਪਹਿਲਾਂ ਹੀ ਜੁੱਠਾ ਹੋ ਗਿਆ ਤੇ ਇਸ਼ਨਾਨ ਕੀ ਕਰਾਵੇਂਗਾ। ਤੇ ਦੂਜਾ ਜੋ ਸਿਧਾਂਤ ਹੈ ਜੋ ਸਪਸ਼ਟ ਕਰ ਰਹੇ ਨੇ ਕਿ ਜੇ ਕਿਤੇ ਤੂੰ ਸੋਚਦਾ ਕਿ ਤੇਰੇ ਪਾਣੀ ਦੇ ਨਾਲ ਠਾਕੁਰ ਖੁਸ਼ ਹੋ ਕੇ ਤੇਰੇ ਉੱਤੇ ਕਿਰਪਾ ਕਰੇਗਾ, ਤੇਰੀ ਪੂਜਾ ਸਫਲ ਹੋ ਗਈ, ਤੇ ਕਹਿਣ ਲੱਗੇ ਉਹ 42 ਲੱਖ ਜੀਵਾਂ ਦੇ ਵਿੱਚ ਵਸਣ ਵਾਲਾ ਹਰ ਵੇਲੇ ਉਹਨਾਂ ਦੇ ਨਾਲ ਇਸ਼ਨਾਨ ਕਰ ਰਿਹਾ। ਭਾਈ ਤੇਰੇ ਇਸ਼ਨਾਨ ਦੀ ਕਿਹੜੀ ਲੋੜ ਪੈ ਗਈ, ਉਹ ਤਾਂ ਹਰ ਵੇਲੇ ਉਹਨਾਂ 42 ਲੱਖ ਜੀਵਾਂ ਵਿੱਚ ਬੈਠਾ ਹੋਇਆ ਇਸ਼ਨਾਨ ਕਰ ਰਿਹਾ। ਸਿਧਾਂਤ ਸਪਸ਼ਟ ਕਰ ਦਿੱਤਾ। ਇੱਕ ਪਾਸੇ ਉਹ ਸੁੱਚ ਤੇ ਭਿੱਟ ਦੀ ਗੱਲ ਨੂੰ ਬਾਹਰ ਕੱਢਿਆ, ਤੇ ਦੂਜਾ ਘਟ ਘਟ ਦੇ ਵਿੱਚ ਵਸਣ ਦੀ ਗੱਲ ਕੀਤੀ ਕਿ ਭਾਈ ਤੂੰ ਪਾਣੀ ਚੁੱਕ ਕੇ ਇਸ਼ਨਾਨ ਕਰਾਉਣ ਲੱਗਾ ਤੇ ਪ੍ਰਮਾਤਮਾ ਤੇ ਪਹਿਲਾਂ ਹੀ ਉਹਨਾਂ 42 ਲੱਖ ਜੀਵਾਂ ਵਿੱਚ ਬੈਠਾ ਹੋਇਆ ਹਰ ਵੇਲੇ ਇਸ਼ਨਾਨ ਕਰੀ ਜਾ ਰਿਹਾ। ਫਿਰ ਭਗਤ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਜਤਰ ਜਾਉ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਦ ਕਹਿਲਾ। ਮੈਂ ਜਿੱਧਰ ਜਾਂਦਾ ਉਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ, ਸਭ ਜੀਵਾਂ ਵਿੱਚ ਮੌਜੂਦ ਹੋ ਕੇ ਬੜੇ ਆਨੰਦ ਚੋਜ ਤਮਾਸ਼ੇ ਕਰ ਰਿਹਾ ਕਿ ਭਾਈ ਉਹ ਪ੍ਰਮਾਤਮਾ ਹਰ ਜੀਵ ਵਿੱਚ ਮੌਜੂਦ ਹੈ, ਤੇ ਹਰ ਜੀਵ ਵਿੱਚ ਮੌਜੂਦ ਪ੍ਰਮਾਤਮਾ ਹਰ ਵੇਲੇ ਚੋਜ ਤਮਾਸ਼ਿਆਂ ਦੇ ਅੰਦਰ ਮਸਤ ਹੈ। ਭਾਈ ਆਨੀਲੇ ਫੂਲ ਪਰੋਈਲੇ ਮਾਲਾ ਠਾਕਰ ਕੇ ਹਾਂ ਪੂਜ ਕਰੋ। ਭਗਤ ਜੀ ਕਹਿੰਦੇ ਨੇ ਭਾਈ ਮੈਂ ਫੁੱਲ ਲੈ ਕੇ ਆਵਾਂ, ਉਹਨਾਂ ਫੁੱਲਾਂ ਨੂੰ ਪਰੋ ਕੇ ਮਾਲਾ ਤਿਆਰ ਕਰਾਂ ਤੇ ਆਪਣੇ ਠਾਕਰ ਦੀ, ਉਸ ਰੱਬ ਦੀ ਜਿਸ ਨੂੰ ਮੈਂ ਇਸ਼ਟ ਮੰਨ ਕੇ ਉਸ ਕਿਸੇ ਮੂਰਤੀ ਦੇ ਵਿੱਚ ਦੇਖ ਰਿਹਾ, ਉਹਦੀ ਮੈਂ ਜੇਕਰ ਪੂਜਾ ਕਰਾਂ। ਪਹਿਲੇ ਬਾਸ ਲਈ ਹੈ ਭਵਰੇ ਬੀਠਲ ਪਹਿਲਾ ਕਾਇਕ। ਪਹਿਲੇ ਤੇ ਇੱਕ ਗੱਲ ਇਹ ਆ ਗਈ ਕਿ ਭਾਈ ਸੁੱਚੇ ਇਕੱਠੇ ਕੀਤੇ, ਮੇਰੇ ਕੋਲ ਸੁੱਚੇ ਫੁੱਲ ਨੇ, ਹੱਥ ਸਾਫ਼ ਕੀਤੇ, ਪਾਕ ਕੀਤੇ, ਸੁੱਚੀ ਥਾਂ ਰੱਖੇ, ਸੂਈ ਧੋ ਲਈ, ਧਾਗਾ ਧੋ ਲਿਆ ਕਿ ਭਾਈ ਇਹਦੇ ਨਾਲ ਫੁੱਲ ਬਣਾਵਾਂਗਾ, ਮੈਂ ਰੱਬ ਦੇ ਅੱਗੇ ਚੜਾਉਣੇ ਨੇ। ਤੇ ਭਗਤ ਜੀ ਕਹਿੰਦੇ ਭਾਈ ਦੂਜੀ ਗੱਲ ਇਹ ਕਹਿ ਰਹੇ ਨੇ ਭਗਤ ਜੀ ਕਿ ਨਹੀਂ ਭਲਿਆ, ਇਹ ਤਾਂ ਪਹਿਲਾਂ ਹੀ ਜਿਹੜਾ ਭਵਰ ਹੈ ਸੁਗੰਧੀ ਲੈ ਕੇ ਜੁੱਠਾ ਕਰ ਚੁੱਕਿਆ, ਤੂੰ ਇਸ ਨੂੰ ਸੁੱਚਾ ਕਰੇਗਾ ਕਿਵੇਂ, ਕਿਸ ਤਰੀਕੇ ਦੇ ਨਾਲ ਤੂੰ ਦਾਵਾ ਕਰਦਾ ਕਿ ਸੁੱਚਾ ਹੈ।
ਤੇ ਨਾਲ ਹੀ ਦੂਜਾ ਸਿਧਾਂਤ ਸਪਸ਼ਟ ਕਰ ਦਿੱਤਾ ਕਿ ਭਲਿਆ ਤੇਰੇ ਇੱਕ ਹਾਰ ਬਣਾ ਕੇ ਪ੍ਰਮਾਤਮਾ ਨੂੰ ਭੇਟ ਕਰਨ ਦੇ ਨਾਲ ਤੂੰ ਸੋਚਦਾ ਹੈ ਕਿ ਪ੍ਰਮਾਤਮਾ ਤੇਰੇ ਫੁੱਲਾਂ ਦੀ ਸੁਗੰਧੀ ਲਵੇਗਾ, ਤੇਰੇ ਫੁੱਲ ਜੋ ਨੇ ਉਹਨੂੰ ਭੇਟ ਹੋਣਗੇ, ਤੇਰੀ ਪੂਜਾ ਪ੍ਰਵਾਨ ਹੋਵੇਗੀ। ਤੇ ਕਹਿੰਦੇ ਨੇ ਉਹ ਜਿਨ੍ਹਾਂ ਜੀਵਾਂ ਦੇ ਵਿੱਚ ਜਿੰਨੇ ਭਵਰੇ ਉਹਦੀ ਖੁਸ਼ਬੂ ਫੁੱਲਾਂ ਦੀ ਲੈ ਕੇ ਗਏ ਨੇ, ਉਹ ਤੇਰੇ ਤੋਂ ਪਹਿਲਾਂ ਹੀ ਪ੍ਰਮਾਤਮਾ ਦੇ ਕੋਲ ਇਹ ਭੇਟ ਚੜਾ ਚੁੱਕੇ ਨੇ। ਉਹ ਸਾਰੇ ਸੁਗੰਧੀ ਲੈ ਕੇ, ਕਿਉਂਕਿ ਪ੍ਰਮਾਤਮਾ ਉਹਨਾਂ ਦੇ ਵਿੱਚ ਵਸਦਾ ਹੈ, ਤੇ ਸਾਰੇ ਫੁੱਲ ਪਹਿਲਾਂ ਹੀ ਭੇਟ ਹੋ ਚੁੱਕੇ ਨੇ, ਪਹਿਲਾਂ ਹੀ ਭੇਟ ਹੋ ਚੁੱਕੇ ਨੇ। ਤੂੰ ਨਵਾਂ ਨਹੀਂ ਕਰਨ ਲਗਾ, ਉਹ ਪ੍ਰਮਾਤਮਾ ਹਰ ਭਵਰੇ ਦੇ ਅੰਦਰ ਹੈ, ਜਿਹੜਾ ਇੱਕ ਇੱਕ ਭਵਰਾ ਇੱਕ ਇੱਕ ਫੁੱਲ ਦੇ ਕੋਲ ਆਇਆ ਅਤੇ ਆ ਕੇ ਉਸਨੇ ਫੁੱਲ ਦੇ ਕੋਲ ਸੁਗੰਧੀ ਲਈ ਹੈ। ਉਸ ਹਰ ਇੱਕ ਦੇ ਅੰਦਰ ਉਹ ਪ੍ਰਮਾਤਮਾ ਜੋ ਹੈ ਵਸ ਰਿਹਾ ਹੈ। ਤੇ ਫਿਰ ਤੂੰ ਜੋ ਤਿਆਰ ਕਰ ਰਿਹਾ ਹੈ, ਕਹਿੰਦੇ ਨੇ ਭਗਤ ਜੀ ਨਹੀਂ ਭਲਿਆ, ਇਹ ਪਹਿਲਾਂ ਤੋਂ ਹੀ ਫੁੱਲ ਜੋ ਹੈ ਉਹ ਪ੍ਰਮਾਤਮਾ ਇਸ ਦੀ ਜੋ ਭੇਟ ਜੋ ਹੈ ਇਹ ਪ੍ਰਵਾਨ ਕਰ ਚੁੱਕਿਆ ਹੈ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਆਨੀਲੇ ਦੂਧ ਰਿਦਾਇਲੇ ਖੀਰੰਗ ਠਾਕੁਰ ਕੋ ਨੈਵੇਦ ਕਰੋ। ਕਹਿੰਦੇ ਨੇ ਜੇ ਕਿਤੇ ਮੈਂ ਦੁੱਧ ਲਿਆਵਾਂ, ਨੈਵੇਦ ਤੋਂ ਭਾਵ ਹੁੰਦਾ ਹੈ ਉਹ ਚੀਜ਼ਾਂ ਜਿਹੜੀਆਂ ਖਾਣ ਪੀਣ ਦੀਆਂ ਤਿਆਰ ਕਰਕੇ ਕਿਸੇ ਦੇਵੀ ਦੇਵਤੇ ਦੇ ਅੱਗੇ ਭੇਟ ਕੀਤੀਆਂ ਜਾਂਦੀਆਂ ਤੇ ਪਕਾ ਕੇ ਰਿੰਨ ਕੇ। ਹੁਣ ਭਗਤ ਜੀ ਕਹਿੰਦੇ ਨੇ ਮੈਂ ਦੁੱਧ ਲੈ ਕੇ ਆਇਆ, ਫਿਰ ਉਸ ਦੇ ਨਾਲ ਖੀਰ ਤਿਆਰ ਕਰਾਂ, ਖੀਰ ਤਿਆਰ ਕਰਕੇ ਠਾਕੁਰ ਨੂੰ ਖਾਣ ਦੇ ਵਾਸਤੇ ਉਸ ਆਪਣੇ ਇਸ਼ਟ ਦੇ ਅੱਗੇ ਰੱਖਾਂ ਕਿ ਮੇਰੀ ਪੂਜਾ ਪ੍ਰਵਾਨ ਹੋ ਜਾਵੇ, ਰੱਬ ਜੋ ਹੈ ਮੇਰੇ ਤੇ ਖੁਸ਼ ਹੋ ਜਾਵੇ, ਰੱਬ ਮੈਨੂੰ ਸੁੱਖ ਦੇਵੇ, ਰੱਬ ਮੇਰੇ ਵਸ ਵਿੱਚ ਹੋ ਜਾਵੇ। ਤੇ ਕਹਿੰਦੇ ਨੇ ਭਾਈ ਦੁੱਧ ਲਿਆ ਕੇ ਖੀਰ ਲਿਆ ਕੇ ਜਿਵੇਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਕਰ ਵੀ ਦੇਵਾਂ ਤੇ ਕੋਈ ਵੱਡੀ ਗੱਲ ਨਹੀਂ ਹੋਗੀ। ਕਿਉਂ? ਪਹਿਲੇ ਦੂਧ ਬਿਟਾਰਿਓ ਬਛੜਾ ਬੀਠਲ ਪਹਿਲਾ ਕਾਇ ਕਰੋ। ਕਹਿੰਦੇ ਨੇ ਭਾਈ ਪਹਿਲੀ ਗੱਲ ਤਾਂ ਦੁੱਧ ਜੁੱਠਾ ਹੈ। ਜੁੱਠਾ ਇਸ ਕਰਕੇ ਹੈ ਕਿ ਜਿਹੜਾ ਬਛੜਾ ਹੈ ਉਸਨੇ ਜਦੋਂ ਗਾਂ ਨੂੰ ਮਿਲਿਆ ਗਿਆ, ਮੱਝ ਨੂੰ ਮਿਲਿਆ ਗਿਆ, ਉਹਦਾ ਦੁੱਧ ਜੋ ਚੋਇਆ ਗਿਆ ਤੇ ਉਹਦੇ ਵਿੱਚੋਂ ਪਹਿਲਾ ਜੋ ਦੁੱਧ ਹੈ ਉਹ ਬਛੜਾ ਜੋ ਹੈ ਉਹ ਜੁੱਠਾ ਕਰ ਚੁੱਕਿਆ। ਉਹਨੇ ਜ਼ਰੂਰ ਦੁੱਧ ਪੀਤਾ ਹੈ ਕਿਉਂਕਿ ਪਹਿਲਾਂ ਦੁੱਧ ਬੱਚੇ ਨੂੰ ਦਿੱਤਾ ਜਾਂਦਾ, ਉਹਨੂੰ ਛੱਡਿਆ ਜਾਂਦਾ ਥੋੜੀ ਦੇਰ। ਤੇ ਕਹਿੰਦੇ ਫਿਰ ਦੇਖੋ ਭਾਈ ਮੈਂ ਜੋ ਹੈ ਉਸ ਆਪਣੇ ਮਾਲਕ ਨੂੰ ਜੁੱਠਾ ਹੋਇਆ ਦੁੱਧ ਜੋ ਹੈ ਕਿਵੇਂ ਦੇ ਸਕਦਾ, ਕਿਵੇਂ ਪੁੱਛ ਸਕਦਾ। ਲੇਕਿਨ ਫਿਰ ਨਾਲ ਸਿਧਾਂਤ ਸਪਸ਼ਟ ਕਰਦੇ ਨੇ, ਭਲਿਆ ਜਿਸ ਦੁੱਧ ਨੂੰ ਤੂੰ ਲੈ ਕੇ ਖੁਸ਼ ਹੋਇਆ ਹੈ ਕਿ ਇਹਦੀ ਮੈਂ ਖੀਰ ਬਣਾ ਲਵਾਂ, ਜਾ ਕੇ ਆਪਣੇ ਠਾਕੁਰ ਦੇ ਸਾਹਮਣੇ ਭੇਟ ਕਰਾਂ, ਉੱਥੇ ਪ੍ਰਵਾਨ ਕਰਾਵਾਂ, ਪ੍ਰਮਾਤਮਾ ਖੁਸ਼ ਹੋਵੇਗਾ। ਕਹਿਣ ਲੱਗੇ ਭਲਿਆ ਉਸ ਬਛੜੇ ਦੇ ਅੰਦਰ ਪ੍ਰਮਾਤਮਾ ਸੀ, ਉਹ ਪ੍ਰਮਾਤਮਾ ਪਹਿਲਾਂ ਹੀ ਪੀ ਚੁੱਕਿਆ, ਪ੍ਰਮਾਤਮਾ ਉਹ ਭੇਟ ਪਹਿਲਾਂ ਹੀ ਲੈ ਚੁੱਕਿਆ ਹੈ। ਤੇ ਦੁੱਧ ਜੁੱਠਾ ਹੋਣ ਕਰਕੇ ਭੋਜਨ ਪ੍ਰਵਾਨ ਨਹੀਂ, ਕਿਉਂਕਿ ਦੁੱਧ ਚੋਣ ਵੇਲੇ ਪਹਿਲਾਂ ਹੀ ਬਛੜੇ ਨੇ ਦੁੱਧ ਜੁੱਠਾ ਕੀਤਾ ਹੈ। ਤੇ ਫਿਰ ਮੇਰਾ ਬੀਠਲ ਤਾਂ ਪਹਿਲਾਂ ਹੀ ਭਗਤ ਜੀ ਕਹਿੰਦੇ ਨੇ ਉਸ ਬਛੜੇ ਦੇ ਵਿੱਚ ਵਸ ਰਿਹਾ ਸੀ, ਦੁੱਧ ਪੀ ਰਿਹਾ ਸੀ। ਫਿਰ ਮੈਂ ਮੂਰਤੀ ਅੱਗੇ ਪੂਜਾ ਵੇਲੇ ਕਿਉਂ ਜਿਹੜਾ ਹੈ ਇਹ ਨੈਵੇਦ ਧਰਾਂ ਜਾਂ ਇਹ ਖਾਣ ਦੀਆਂ ਵਸਤੂਆਂ ਖੀਰ ਬਣਾ ਕੇ ਰੱਖਾਂ, ਉਹਦਾ ਫਾਇਦਾ ਕੀ। ਤੇ ਫਿਰ ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਿਓ ਤੂੰ ਸਰਬ ਮਈ। ਹੁਣ ਭਗਤ ਜੀ ਕਹਿੰਦੇ ਨੇ ਭਾਈ ਇਹ ਮਨ ਦੇ ਭੁਲੇਖੇ ਨੂੰ ਬੰਦਿਆ ਦੂਰ ਕਰ। ਉਹ ਪ੍ਰਭੂ ਪ੍ਰਮਾਤਮਾ ਹੇਠਾਂ ਉਤਾਂ, ਈਬੈ ਤੋਂ ਭਾਵ ਹੇਠਾਂ, ਊਬੈ ਤੋਂ ਭਾਵ ਉਤਾਂ। ਕਹਿੰਦੇ ਨੇ ਭਾਈ ਥਾਨ ਥਨੰਤਰ ਹਰ ਥਾਂ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ ਪੂਰ ਰਿਓ ਤੂੰ ਸਰਬ ਮਾਈ। ਨਾਮਦੇਵ ਜੀ ਉਸ ਬੀਠਲ ਅੱਗੇ ਬੇਨਤੀ ਕਰਦੇ ਹਨ ਕਿ ਬੀਠਲ ਤੂੰ ਸਾਰੀ ਸ੍ਰਿਸ਼ਟੀ ਵਿੱਚ ਹਰ ਥਾਂ ਦੇ ਉੱਤੇ ਮੌਜੂਦ ਹੈ, ਹਰ ਜਗ੍ਹਾ ਦੇ ਉੱਤੇ ਮੌਜੂਦ ਹੈ। ਹੁਣ ਸਤਿਗੁਰੂ ਪਾਤਸ਼ਾਹ ਸਾਨੂੰ ਜੋ ਰਸਤਾ ਦੱਸਦੇ ਨੇ ਕਿ ਅਸਲੀ ਪੂਜਾ ਦਾ ਰਸਤਾ ਕੀ ਹੈ, ਇਹ ਸਾਨੂੰ ਗੁਰੂ ਤੋਂ ਲੱਭਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਦਿਨ ਰਾਤ ਚਾਨਣ ਚਾਉ ਉਪਜੈ, ਸ਼ਬਦ ਗੁਰ ਕਾ ਮਨ ਵਸੈ। ਜਦੋਂ ਸ਼ਬਦ ਗੁਰੂ ਦਾ ਮਨ ਵਿੱਚ ਵਸਾ ਲੈਂਦਾ ਹੈ, ਫਿਰ ਮਨੁੱਖ ਨੂੰ ਚੰਗੇ ਜੀਵਨ ਦੇ ਨਾਲ ਮਨ ਦੇ ਅੰਦਰ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਦਾ ਚਾਅ ਪੈਦਾ ਹੁੰਦਾ ਹੈ। ਇਸ ਨੂੰ ਉਸ ਪ੍ਰਭੂ ਪ੍ਰਮਾਤਮਾ ਦਾ ਗਿਆਨ ਇਹਦੇ ਅੰਦਰ ਪ੍ਰਕਾਸ਼ ਹੁੰਦਾ ਹੈ। ਕਰ ਜੋੜ ਗੁਰ ਪੈ ਕਰ ਬੇਨੰਤੀ ਰਾਹ ਪਾਦਰ ਗੁਰ ਦੱਸੈ। ਸਤਿਗੁਰੂ ਤੂੰ ਉਸ ਗੁਰੂ ਦੇ ਕੋਲ ਹੱਥ ਜੋੜ ਕੇ ਬੇਨਤੀ ਕਰ ਤੇ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਦਾ ਜਿਹੜਾ ਸੁਖੈਨ ਰਸਤਾ ਹੈ, ਜਿਹੜਾ ਆਸਾਨ ਰਸਤਾ ਹੈ, ਜਿਹੜਾ ਸਿੱਧਾ ਰਸਤਾ ਹੈ, ਜਿਹੜਾ ਭਟਕਣ ਨਹੀਂ ਦਿੰਦਾ, ਉਹ ਗੁਰੂ ਦੱਸਦਾ ਹੈ। ਤੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਆਠ ਪੈਰ ਉਦਕ ਇਸ਼ਨਾਨੀ ਸਾਧ ਹੀ ਭੋਗ ਲਗਾਏ ਸੋ ਗਿਆਨੀ। ਕਿ ਉਹ ਜਲਾਂ ਥਲਾਂ ਵਿੱਚ ਹਰ ਥਾਂ ਵਸਣ ਵਾਲਾ ਜਿਹੜਾ ਹਰੀ ਸਾਲਗ੍ਰਾਮ ਹੈ, ਪ੍ਰਮਾਤਮਾ ਹੈ, ਜੋ ਅੱਠੇ ਪੈਰੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ, ਉਹ ਜਲਾਂ ਵਿੱਚ ਰਹਿ ਰਿਹਾ, ਉਹ ਥਲਾਂ 'ਚ ਰਹਿ ਰਿਹਾ, ਹਰ ਵੇਲੇ ਪਾਣੀ ਦੇ ਵਿੱਚ ਇਸ਼ਨਾਨ ਕਰਦਾ ਹੈ। ਸਾਧ ਹੀ ਭੋਗ ਲਗਾਏ ਸੋ ਗਿਆਨੀ, ਉਹ ਹਰ ਇੱਕ ਦੇ ਦਿਲ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਹੈ। ਤੇ ਫਿਰ ਉਹ ਸਭ ਜੀਵਾਂ ਅੰਦਰ ਸਦਾ ਹੀ ਭੋਗ ਲਗਾਉਂਦਾ ਰਹਿੰਦਾ। ਉਹ ਪ੍ਰਮਾਤਮਾ ਹਰ ਇੱਕ ਦੇ ਘਟ ਘਟ ਦੀ ਜਾਣਨ ਵਾਲਾ ਹੈ। ਤੇ ਫਿਰ ਉਹ ਅਕਿਰਤ ਕਣਾਂ ਨੂੰ ਵੀ ਪਾਲਦਾ ਹੈ।
ਉਹ ਸਾਰਿਆਂ ਦੀ ਜਿਵੇਂ ਪ੍ਰਤਪਾਲਨਾ ਕਰਨ ਵਾਲਾ ਹੈ। ਬਿਰਥਾ ਕਾਹੂ ਛੋੜੈ ਨਾਈ, ਬੋਰ ਬੋਰ ਤਿਸ ਲਾਗੈ ਪਾਈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ, ਜੋ ਕਿਸੇ ਦੀ ਦਰਦ ਪੀੜਾ ਨਹੀਂ ਰਹਿਣ ਦਿੰਦਾ, ਦਰਦ ਪੀੜਾ ਖਤਮ ਕਰ ਦਿੰਦਾ ਹੈ, ਅਸੀਂ ਉਸ ਹਰੀ ਅਕਾਲ ਪੁਰਖ ਪਰਮਾਤਮਾ ਨੂੰ, ਭਾਵ ਸਾਲਗ੍ਰਾਮ ਜੀ ਨੂੰ ਕਰਕੇ ਦੁਨੀਆ ਪੂਜਦੀ ਸੀ। ਸਤਿਗੁਰੂ ਕਹਿੰਦੇ ਨੇ ਅਸੀਂ ਉਸ ਹਰੀ ਦੀ ਪੈਰੀ ਮੁੜ ਮੁੜ ਕੇ ਲੱਗਦੇ ਹਾਂ, ਵਾਰ-ਵਾਰ ਉਸ ਦੇ ਚਰਨ ਪਰਸਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ, ਜੇ ਕਿਤੇ ਤੁਹਾਡੀ ਬੰਦਗੀ, ਤੁਹਾਡਾ ਸਿਮਰਨ, ਤੁਹਾਡੇ ਸਿਧਾਂਤ ਸਾਡੇ ਜੀਵਨ ਦਾ ਹਿੱਸਾ ਬਣ ਜਾਣ ਤੇ ਤੁਹਾਡੇ ਨਾਲ ਮਿਲਾਪ ਹੋ ਸਕਦਾ ਹੈ। ਸਾਲਗ੍ਰਾਮ ਹਮਾਰੇ ਸੇਵਾ, ਪੂਜਾ ਅਰਚਾ ਬੰਧਨ ਦੇਵਾ। ਹੁਣ ਬਾਦਸ਼ਾਹ ਬਖਸ਼ਿਸ਼ ਕਰਦੇ ਨੇ, ਹੇ ਪੰਡਤ, ਪਰਮਾਤਮਾ ਦੇਵ ਦੀ ਸੇਵਾ ਭਗਤੀ ਹੀ ਸਾਡੇ ਘਰ ਵਿੱਚ ਸਾਲਗ੍ਰਾਮ ਦੀ ਪੂਜਾ ਹੈ। ਹਰ ਨਾਮ ਸਿਮਰਨ ਹੀ ਸਾਡੇ ਵਾਸਤੇ ਸਾਲਗ੍ਰਾਮ ਦੀ ਸੁਗੰਧ ਦੀ ਭੇਟ ਤੇ ਨਮਸਕਾਰ ਹੈ। ਭਾਵ ਕੇਵਲ ਉਸ ਦੀ ਸੇਵਾ ਕਰਨੀ, ਉਹਦਾ ਪਰਮਾਤਮਾ ਦਾ ਸਿਮਰਨ ਕਰਨਾ, ਉਸ ਨੂੰ ਚੇਤੇ ਕਰਨਾ ਤੇ ਰੱਬ ਦੇ ਦੱਸੇ ਹੋਏ ਸਿਧਾਂਤਾਂ ਅਨੁਸਾਰ ਜੀਵਨ ਨੂੰ ਜੀ ਲੈਣਾ, ਇਹੀ ਅਸਲ ਦੇ ਵਿੱਚ ਸੱਚ ਪੂਜਾ ਤੇ ਸੱਚ ਭਗਤੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ, ਕਿਤੇ ਤੂੰ ਧੂਪ ਕਰ ਰਿਹਾ ਹੈ ਤੇ ਧੂਪ ਕਰਕੇ ਸੋਚਦਾ ਸੁਗੰਧੀ ਦੇ ਰਿਹਾ, ਉਸ ਸੁਗੰਧੀ ਦੇ ਨਾਲ ਪਰਮਾਤਮਾ ਖੁਸ਼ ਹੋ ਜਾਵੇਗਾ। ਕਹਿੰਦੇ ਨੇ ਸੁਗੰਧੀ ਦੇ ਕਿਨੂੰ ਰਿਹਾ ਹੈ, ਜਾਂ ਕਾ ਚਵਰ ਸਭ ਉੱਪਰ ਝੁਲੈ, ਤਾਂ ਕਾ ਧੂਪ ਸਦਾ ਪ੍ਰਫੁੱਲੈ। ਕਹਿੰਦੇ ਭਾਈ, ਜਿਸ ਦਾ ਜੀਵਾਂ ਦੇ ਉੱਪਰ ਸਦਾ ਪਵਨ ਚਵਰ ਝੁਲਦਾ ਰਹਿੰਦਾ, ਹਵਾ ਦਾ ਚਵਰ ਹਰ ਵੇਲੇ ਹਰ ਜੀਵ ਦੇ ਉੱਤੇ ਜਿਸ ਦਾ ਝੁਲਦਾ ਹੈ, ਤੇ ਸਾਰੀ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ, ਫੁੱਲ ਰਹੀ ਹੈ, ਤੇ ਇਹ ਹੀ ਉਸ ਦੇ ਲਈ ਧੂਪ ਹੈ ਭਾਈ। ਇਹ ਉਸ ਦੇ ਵਾਸਤੇ ਧੂਪ ਹੈ। ਜਿਵੇਂ ਅਸੀਂ ਗੁਰੂ ਨਾਨਕ ਪਾਤਸ਼ਾਹ ਨੇ ਸਮੇਂ ਦੇ ਪਾਂਡਿਆਂ ਨੂੰ ਸੱਚੀ ਆਰਤੀ ਦੱਸੀ ਸੀ, ਭਾਈ ਤੁਸੀਂ ਇੱਕ ਥਾਲੀ ਦੇ ਵਿੱਚ ਲੈ ਕੇ ਕੀ ਆਰਤੀ ਕਰੋਗੇ ਉਸ ਦੀ, ਤੇ ਸੱਚ ਕਰਕੇ ਜੋ ਆਰਤੀ ਸੀ ਉਹ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਵਾਲੇ ਸ਼ਬਦ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਸੀ। ਭਾਈ ਕੁੱਲ ਲੋਕਾਈ ਉਹਦੀ ਜੋ ਹੈ ਆਰਤੀ ਕਰ ਰਹੀ ਹੈ। ਇੱਕ ਧੂਪ ਦੀ ਬੱਤੀ ਜਲਾ ਕੇ ਕੀ ਆਰਤੀ ਕਰੋਗੇ? ਇਹ ਇਤਨੇ ਜੋ ਬਨਸਪਤੀ ਜਿਹੜੀ ਫੁੱਲ ਰਹੀ ਹੈ, ਖੁਸ਼ਬੂ ਦੇ ਰਹੀ ਹੈ, ਇਹ ਸਾਰੇ ਦੇ ਸਾਰੇ ਉਸ ਦੀ ਉਸਤਤ ਵਿੱਚ ਲੱਗੇ ਹੋਏ ਨੇ। ਤੇ ਸਤਿਗੁਰੂ ਪਾਤਸ਼ਾਹ ਇਹੋ ਗੱਲ ਸਮਝਾ ਰਹੇ, ਸਭ ਮਨ ਤਨ ਜੀਓ ਕਰੋ ਹਰ ਪ੍ਰਭ ਕਾ, ਇਤ ਮਾਰਗ ਭੈਣੇ ਮਿਲੀ ਹੈ। ਕਿ ਉਹਦੇ ਨਾਲ ਮਿਲਣ ਦੇ ਵਾਸਤੇ ਜੇ ਕਦੇ ਅਸੀਂ ਆਪਣੇ ਤਨ ਮਨ ਨੂੰ ਅਰਪਣ ਕਰ ਦਈਏ, ਉਹਦੇ ਨਾਲ ਮਿਲਾਪ ਹੋ ਸਕਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਆਓ ਤੁਹਾਨੂੰ ਸੱਚ ਕਰਕੇ ਜੋ ਭਗਤੀ ਹੈ ਉਹ ਦੱਸਦੇ ਹਾਂ। ਤੇ ਇਸ ਸ਼ਬਦ ਦੇ ਅੰਦਰ ਭਗਤ ਜੀ ਗਿਆਨ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਮਨੁੱਖ, ਸੰਸਾਰ ਦੇ ਅੰਦਰ ਜੋ ਤੂੰ ਪੂਜਾ ਸਮਝ ਕੇ ਕਰ ਰਿਹਾ ਹੈ, ਇਹਦੇ ਵਿੱਚ ਜੋ ਤੇਰੇ ਅੰਦਰ ਖਿਆਲ ਹੈ ਕਿ ਤੂੰ ਸੁੱਚੀਆਂ ਚੀਜ਼ਾਂ ਨੂੰ ਭੇਟ ਕਰਕੇ ਸੁੱਚਾ ਪਾਣੀ ਲੈ ਕੇ ਇਸ਼ਨਾਨ ਕਰਾ ਲਿਆ, ਜਾਂ ਤੂੰ ਸੁੱਚੇ ਜੋ ਨੇ ਫੁੱਲ ਫਲ ਵਗੈਰਾ ਇਕੱਠੇ ਕਰਕੇ ਉਹ ਅਰਪਣ ਕੀਤੇ ਨੇ, ਤੇਰਾ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇਗਾ। ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਸਮਝਾ ਰਹੇ ਨੇ, ਨਹੀਂ ਭਾਈ, ਦੂਧ ਤਾਂ ਬਛਰੈ ਥਨੋਂ ਬਿਟਾਰਿਓ, ਫੂਲ ਪਵਰ ਜਲ ਮੀਨ ਬਿਗਾਰਿਓ। ਕਿ ਦੁੱਧ ਤਾਂ ਥਣਾ ਤੋਂ ਹੀ ਬੱਚੇ ਨੇ ਝੂਠਾ ਕਰ ਦਿੱਤਾ ਹੈ, ਫੁੱਲ ਭੋਰੇ ਨੇ ਸੁੱਕ ਕੇ ਪਾਣੀ ਮੱਛੀ ਨੇ ਖਰਾਬ ਕੀਤਾ ਹੋਇਆ ਹੈ। ਸੋ ਪਾਣੀ, ਫੁੱਲ, ਦੁੱਧ ਇਹ ਤਿੰਨੋਂ ਹੀ ਝੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਦੇ ਯੋਗ ਨਹੀਂ ਰਹਿ ਗਏ। ਕਿਉਂਕਿ ਧਾਰਮਿਕ ਲੋਕਾਂ ਦਾ ਵਿਸ਼ਵਾਸ ਹੈ ਕਿ ਇਸਤੇਮਾਲ ਕੀਤੀ ਹੋਈ ਕੋਈ ਵੀ ਚੀਜ਼ ਜੋ ਹੈ ਉਹ ਪ੍ਰਭੂ ਅੱਗੇ ਭੇਟ ਨਹੀਂ ਹੋ ਸਕਦੀ। ਤੇ ਭਗਤ ਜੀ ਕਹਿੰਦੇ ਨੇ, ਨਹੀਂ ਭਲਿਆ, ਇਹ ਤਾਂ ਪਹਿਲਾਂ ਹੀ ਇਸਤੇਮਾਲ ਹੋ ਚੁੱਕੇ ਨੇ। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ, ਆਵਰਨਾ ਫੂਲ ਅਨੂਪ ਨਾ ਪਾਵੋ। ਹੇ ਮਾਂ, ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ਼ ਲੈ ਕੇ ਆਵਾਂ, ਭੇਟ ਕਰਾਂ? ਕਿਉਂ ਕਿ ਹੁਣ ਸੁੱਚਾ ਫੁੱਲ ਆਦਿਕ ਜੋ ਬਾਕੀ ਚੀਜ਼ਾਂ ਨੇ ਮਿਲ ਹੀ ਨਹੀਂ ਸਕਦੀਆਂ। ਕਿ ਮੈਂ ਇਸ ਘਾਟ ਕਰਕੇ ਉਸ ਸੋਹਣੇ ਪ੍ਰਭੂ ਤੋਂ ਦੀ ਪ੍ਰਾਪਤੀ ਤੋਂ ਕਿਤੇ ਵਾਂਝਾ ਤੇ ਨਹੀਂ ਰਹਿ ਜਾਵਾਂਗਾ? ਕਿਉਂਕਿ ਜੇ ਕਿਤੇ ਸੁੱਚੀਆਂ ਹੀ ਚੀਜ਼ਾਂ ਪ੍ਰਮਾਤਮਾ ਨੂੰ ਪ੍ਰਵਾਨ ਨੇ, ਤਾਂ ਭਗਤ ਜੀ ਕਹਿੰਦੇ ਨੇ ਭਾਈ ਫਿਰ ਮੈਂ ਸੁੱਚੀਆਂ ਚੀਜ਼ਾਂ ਲੈ ਕੇ ਕਿੱਥੋਂ ਆਵਾਂ? ਹੋਰ ਕੋਈ ਫੁੱਲ ਮੈਨੂੰ ਲੱਭ ਨਹੀਂ ਸਕਦਾ ਜਿਸ ਨੂੰ ਭਵਰੇ ਨੇ ਜੋ ਹੈ ਉਸਨੇ ਸੁੰਘਿਆ ਨਾ ਹੋਵੇ, ਕੋਈ ਪਾਣੀ ਲੱਭ ਨਹੀਂ ਸਕਦਾ ਜਿਹਦੇ ਅੰਦਰ ਕੋਈ ਜੀਵ ਨਾ ਹੋਵੇ, ਕਿਤੋਂ ਦੁੱਧ ਲੱਭ ਨਹੀਂ ਸਕਦਾ ਜਿਸ ਨੂੰ ਬਛੜੇ ਨੇ ਪਹਿਲਾਂ ਝੂਠਾ ਨਾ ਕੀਤਾ ਹੋਵੇ। ਤੇ ਫਿਰ ਭਗਤ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਮੈਲਾ ਗਰ ਬੇਰੇ ਹੈ ਪੁਯੰਗਾ, ਬਿਖ ਅੰਮ੍ਰਿਤ ਬਸੇ ਇੱਕ ਸੰਗਾ। ਮਲਿਆਗਰ ਤੋਂ ਭਾਵ ਪਰਬਤ ਤੇ ਉੱਗੇ ਹੋਏ ਜਿੰਨੇ ਵੀ ਚੰਦਨ ਦੇ ਬੂਟੇ ਨੇ, ਤੇ ਬੇਰੇ ਤੋਂ ਭਾਵ ਵੇੜੇ ਹੋਏ, ਲਪੇਟੇ ਹੋਏ, ਭੁਯੰਗਾ ਤੋਂ ਭਾਵ ਸੱਪ, ਤੇ ਬਿਖ ਤੋਂ ਭਾਵ ਜ਼ਹਿਰ, ਇੱਕ ਸੰਗ ਤੋਂ ਭਾਵ ਹੋ ਗਏ ਇਕੱਠੇ। ਹੁਣ ਭਗਤ ਜੀ ਕਹਿੰਦੇ ਨੇ ਭਾਈ, ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਆ। ਜਿੱਥੇ ਵੀ ਚੰਦਨ ਦਾ ਬੂਟਾ ਹੈ, ਇਹ ਸਮਝਿਆ ਜਾਂਦਾ ਹੈ ਕਿ ਉੱਥੇ ਉਸ ਦੀ ਖੁਸ਼ਬੂ ਤੇ ਠੰਡਕ ਦੇ ਕਾਰਨ ਉਹਦੇ ਅੱਗੇ ਪਿੱਛੇ ਹਰ ਵੇਲੇ ਜੋ ਨੇ ਸੱਪ ਜੋ ਨੇ ਚੰਬੜੇ ਰਹਿੰਦੇ ਨੇ। ਤੇ ਸੱਪਾਂ ਨੇ ਚੰਦਨ ਨੂੰ ਝੂਠਾ ਕਰ ਦਿੱਤਾ,
ਉਹ ਸੁਗੰਧੀ ਵੀ ਉਹਨਾਂ ਨੇ ਲੈ ਲਈ, ਉਹ ਉਹਦੇ ਨਾਲ ਚੰਬੜੇ ਹੋਏ ਵੀ ਨੇ। ਸੱਪਾਂ ਨੂੰ ਵੈਸੇ ਵੀ ਜ਼ਹਿਰ ਦੇ ਪ੍ਰਤੀਕ ਦੇ ਉੱਤੇ ਮੰਨਿਆ ਗਿਆ ਹੈ ਤੇ ਭਾਈ ਚੰਦਨ ਨੂੰ ਚੰਗਾ ਤੇ ਸੱਪ ਮਾੜੇ, ਇਹ ਆਮ ਕਰਕੇ ਇੱਕ ਭਾਵਨਾ ਰਹਿੰਦੀ ਹੈ ਮਨੁੱਖ ਦੇ ਮਨ ਦੇ ਅੰਦਰ, ਭਾਈ ਸੱਪ ਜੋ ਹੈ ਉਹ ਮਾੜਾ ਹੈ। ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਨੇ ਤੇ ਸੱਪਾਂ ਨੇ ਚੰਦਨ ਨੂੰ ਝੂਠਾ ਕਰ ਦਿੱਤਾ। ਤੇ ਜੇ ਕਿਤੇ ਸੁਗੰਧੀ ਵਾਸਤੇ ਚੰਦਨ ਨੂੰ ਲੈ ਕੇ ਵੀ ਆਵਾਂ ਤੇ ਪਹਿਲਾਂ ਤੋਂ ਹੀ ਝੂਠੇ ਹੋ ਗਏ ਨੇ, ਕਿਉਂਕਿ ਸੱਪ ਇਹਨਾਂ ਦੇ ਅੱਗੇ ਪਿੱਛੇ ਚੰਬੜੇ ਨੇ। ਜ਼ਹਿਰ ਤੇ ਅੰਮ੍ਰਿਤ ਵੀ ਸਮੁੰਦਰ ਵਿੱਚ ਇੱਕੋ ਥਾਂ ਦੇ ਉੱਤੇ ਵਸ ਰਹੇ ਨੇ। ਧੂਪ ਦੀਪ ਨਹੀਂ ਬੇਦੈ ਬਾਸਾ, ਕੈਸੇ ਪੂਜ ਕਰੋ ਤੇਰੀ ਦਾਸਾ। ਭਗਤ ਜੀ ਬਖਸ਼ਿਸ਼ ਕਰਦੇ ਨੇ, ਦੀਪ ਤੋਂ ਭਾਵ ਦੀਵਾ, ਨੈਵੇਦ ਤੋਂ ਭਾਵ ਕਿਸੇ ਬੁੱਤ ਜਾਂ ਕਿਸੇ ਵੀ ਚੀਜ਼ ਦੇ ਅੱਗੇ, ਦੇਵੀ ਦੇਵਤੇ ਦੇ ਅੱਗੇ ਖਾਣ ਵਾਲੀਆਂ ਜਿਹੜੀਆਂ ਚੀਜ਼ਾਂ ਦੀ ਭੇਟਾ ਹੁੰਦੀ ਹੈ ਉਸ ਨੂੰ ਨੈਵੇਦ ਕਹਿੰਦੇ। ਹੁਣ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਕਹਿੰਦੇ ਨੇ ਬਾਸਾ ਤੋਂ ਭਾਵ ਵਾਸ਼ਨਾ ਤੇ ਸੁਗੰਧੀ। ਹੁਣ ਭਗਤ ਜੀ ਬਖਸ਼ਿਸ਼ ਕਰ ਰਹੇ ਨੇ ਕਿ ਸੁਗੰਧੀਆਂ ਜਾਣ ਕਰਕੇ ਧੂਪ ਦੀਪ ਨੈਵੇਦ ਵੀ ਝੂਠੇ ਹੋ ਜਾਂਦੇ ਹਨ। ਕਿਉਂ ਕਿ ਜਦੋਂ ਵੀ ਅਸੀਂ ਧੂਪ ਨੂੰ ਬਾਲਾਂਗੇ ਉਹਦੀ ਸੁਗੰਧੀ ਪਹਿਲਾ ਬਾਰ ਆ ਜਾਂਦੀ। ਜੇ ਕਿਤੇ ਅਸੀਂ ਦੀਵੇ ਨੂੰ ਬਾਲਾਂਗੇ ਉਹਦੇ ਵਿੱਚੋਂ ਵੀ ਖੁਸ਼ਬੂ ਘੀ ਦੇ ਸੜਨ ਦੀ ਜਾਂ ਉਸ ਜੋ ਉਹ ਦੀਵਾ ਹੈ ਉਹਦੀ ਉਹ ਸੁਗੰਧੀ ਬਾਹਰ ਨਿਕਲ ਆਉਂਦੀ ਹੈ। ਤੇ ਜੇ ਕਿਤੇ ਕੁਝ ਖਾਣ ਵਾਸਤੇ ਪਕਾਇਆ ਜਾ ਰਿਹਾ ਨੈਵੇਦ ਨੇ, ਇਹ ਵੀ ਝੂਠੇ ਹੋ ਜਾਂਦੇ ਨੇ, ਕਿਉਂਕਿ ਪੱਕਣ ਵੇਲੇ ਇਹਨਾਂ ਦੀ ਸੁਗੰਧੀ ਬਾਹਰ ਨਿਕਲ ਜਾਂਦੀ ਹੈ। ਤੇ ਸੁਗੰਧੀ ਆ ਜਾਣ ਕਰਕੇ ਧੂਪ ਦੀਪ ਨੈਵੇਦ ਇਹ ਸਭ ਝੂਠੇ ਹੋ ਜਾਂਦੇ ਨੇ। ਫਿਰ ਇਹ ਪ੍ਰਭੂ ਜੇ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੈ ਤਾਂ ਇਹ ਝੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰ ਸਕਦੇ? ਹੁਣ ਕਰਨ ਕੀ ਕਿ ਜੇ ਕਿਤੇ ਸੁੱਚੀਆਂ ਚੀਜ਼ਾਂ ਦੇ ਨਾਲ ਹੀ ਪੂਜਾ ਹੁੰਦੀ ਹੈ ਪ੍ਰਭੂ ਪਰਮਾਤਮਾ, ਤੇ ਫਿਰ ਧੂਪ ਜੋ ਹੈ ਉਹ ਵੀ ਝੂਠਾ ਹੋ ਗਿਆ, ਦੀਵਾ ਜੋ ਹੈ ਉਹ ਵੀ ਝੂਠਾ ਹੋ ਗਿਆ, ਇਹ ਜੋ ਨੈਵੇਦ ਨੇ ਇਹ ਵੀ ਝੂਠੇ ਹੋ ਗਏ। ਤੇ ਫਿਰ ਕਿਹੜੀ ਚੀਜ਼ ਤੇਰੇ ਅੱਗੇ ਰੱਖੀਏ ਜਿਹਦੇ ਨਾਲ ਤੇਰੇ ਭਗਤ ਜੋ ਨੇ ਉਹ ਪੂਜਾ ਕਰਨ? ਇਸ ਤੋਂ ਬਾਅਦ ਇਹ ਪੂਜਾ ਪ੍ਰਵਾਨ ਨਹੀਂ ਹੋ ਰਹੀ। ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਹੁਣ ਸਤਿਗੁਰੂ ਪਾਤਸ਼ਾਹ ਦੇ ਜੋ ਸਿਧਾਂਤ ਨੇ, ਜੋ ਗੁਰਮਤਿ ਦਾ ਸਿਧਾਂਤ ਹੈ, ਭਗਤ ਜੀ ਉਸ ਨੂੰ ਸਪਸ਼ਟ ਕਰਕੇ ਸਮਝਾ ਰਹੇ ਕਿ ਭਈ ਅਰਪੋ ਤੋਂ ਭਾਵ ਅਰਪਦਿਆਂ ਭੇਟ ਕਰਾਂ, ਮੈਂ ਅਰਪਦਿਆਂ ਭੇਟ ਕਰਾਂ, ਤੇ ਚਰਾਵੋ ਤੋਂ ਭਾਵ ਭੇਟਾ। ਭਗਤ ਜੀ ਬਖਸ਼ਿਸ਼ ਕਰਦੇ ਨੇ ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। हे ਪ੍ਰਭੂ, ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ, ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ। ਇਸ ਭੇਟਾਂ ਨਾਲ ਹੀ ਸਤਿਗੁਰੂ ਦੀ ਮਿਹਰ ਦੇ ਨਾਲ, ਬਰਕਤ ਨਾਲ ਤੈਨੂੰ ਮਾਇਆ ਰਹਿਤ ਪ੍ਰਭੂ ਨੂੰ ਮੈਂ ਲੱਭ ਸਕਦਾ। ਹੁਣ ਭਗਤ ਜੀ ਨੇ ਇੱਥੇ ਗੁਰਮਤਿ ਦਾ ਜੋ ਸਿਧਾਂਤ ਹੈ ਉਸ ਨੂੰ ਸਪਸ਼ਟ ਕੀਤਾ ਹੈ ਕਿ ਆ ਪ੍ਰਭੂ ਪਰਮਾਤਮਾ ਇਹ ਚੀਜ਼ਾਂ ਜੋ ਨੇ ਇਹ ਝੂਠੀਆਂ ਨੇ, ਇਹ ਕਦੀ ਵੀ ਸੁੱਚੀਆਂ ਨਹੀਂ ਹੋ ਸਕਦੀਆਂ। ਤੇ ਜਿਹੜੇ ਧਰਮ ਦੇ ਫਲਸਫੇ ਵਾਲੇ ਲੋਕੀ ਨੇ ਉਹ ਕਹਿੰਦੇ ਨੇ ਭਈ ਝੂਠੀ ਚੀਜ਼ ਪਰਮਾਤਮਾ ਨੂੰ ਪ੍ਰਵਾਨ ਨਹੀਂ, ਉਹ ਭੇਟ ਹੋ ਨਹੀਂ ਸਕਦੀ, ਪੂਜਾ ਹੋ ਨਹੀਂ ਸਕਦੀ। ਤਾਂ ਫਿਰ ਜੇ ਕਦੇ ਇਹ ਸਾਫ਼ ਤੇ ਸੁੱਚੀਆਂ ਚੀਜ਼ਾਂ ਨਹੀਂ ਲੱਭਦੀਆਂ ਤੇ ਇਹਦਾ ਮਤਲਬ ਤੇਰੇ ਜਿਹੜੇ ਭਗਤ ਜਨ ਨੇ ਉਹ ਕੀ ਕਰਨ? ਉਹ ਤੇਰੀ ਪੂਜਾ ਤੋਂ ਵਾਂਝੇ ਰਹਿ ਜਾਣ, ਤੇਰੇ ਮਿਲਾਪ ਤੋਂ ਵਾਂਝੇ ਰਹਿ ਜਾਣ। ਤੇ ਫਿਰ ਕਹਿੰਦੇ ਨਹੀਂ ਭਾਈ, ਫਿਰ ਗੁਰਮਤਿ ਦੇ ਸਿਧਾਂਤ ਨੂੰ ਸਮਝਾ ਰਹੇ ਨੇ ਕਿ ਇੱਥੇ ਅਰਪਣ ਕੀ ਕਰਨਾ ਹੈ? ਤਨ ਮਨ ਨੂੰ ਅਰਪਣ ਕਰਨਾ ਹੈ, ਆਪਣੀ ਮਤ ਜੋ ਹੈ ਉਸ ਨੂੰ ਅਰਪਣ ਕਰਨਾ ਹੈ। ਜਦੋਂ ਅਸੀਂ ਗੁਰਮਤਿ ਦੇ ਵਿੱਚ ਦੇਖਦੇ ਹਾਂ ਨਾ ਕਿ ਸੱਚ ਪੂਜਾ ਕੀ ਹੈ, ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਤਿਗੁਰੂ ਸਮਝਾਉਂਦੇ ਨੇ ਹਰ ਕੀ ਪੂਜ ਦੁਲਭ ਹੈ ਸੰਤੋ, ਕਹਿਣਾ ਕਛੂ ਨਾ ਜਾਈ। ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ। ਦੇਖਿਓ ਪੂਜਾ ਕੀ ਹੈ ਗੁਰਮਤਿ ਦੇ ਅੰਦਰ। ਸਤਿਗੁਰੂ ਸਮਝ ਰਹੇ ਨੇ ਭਾਈ, ਗੁਰਮਤਿ ਦੇ ਅੰਦਰ ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਪੂਜਾ ਹੈ ਕੀ ਚੀਜ਼। ਕਹਿੰਦੇ ਪਹਿਲੀ ਗੱਲ ਕਿ ਹਰੀ ਦੀ ਪੂਜਾ ਬੜੀ ਦੁਲੰਭ ਹੈ। ਕਹਿੰਦੇ ਭਾਈ ਇਹਦੇ ਬਾਰੇ ਚ ਕੁਝ ਕਿਹਾ ਨਹੀਂ ਜਾ ਸਕਦਾ। ਕਹਿੰਦੇ ਨੇ ਫਿਰ ਗੁਰਮੁਖ ਜੇ ਕਿਤੇ ਹੋਵੇ ਨਾ ਕੋਈ ਕਰ ਸਕਦਾ ਹੈ, ਤੇ ਕਰਦਾ ਕੀ ਹੈ? ਨਾਮੋ ਪੂਜ ਕਰਾਈ, ਭਾਵ ਪਰਮਾਤਮਾ ਦਾ ਨਾਮ ਸਿਮਰਨ, ਉਹੀਓ ਜਪ ਕੇ ਪੂਜਾ ਹੁੰਦੀ ਹੈ। ਪੂਜਾ ਦਾ ਇੱਕ ਢੰਗ ਇਹ ਹੈ, ਗੁਰਮਤਿ ਕਹਿੰਦੀ ਹੈ ਨਾਮ ਜਪ ਸਿਮਰਨ ਕਰ, ਇਹ ਪੂਜਾ ਹੈ। ਉਹ ਪਰਮਾਤਮਾ ਦੇ ਅੱਗੇ ਹੋਰ ਕੁਝ ਰੱਖਿਆ ਪਰਮਾਤਮਾ ਲੱਭੇਗਾ, ਇਹ ਤਾਂ ਗੱਲ ਹੋ ਨਹੀਂ ਸਕਦੀ। ਲੇਕਿਨ ਨਾਮ ਜਪਿਆ ਪ੍ਰਭੂ ਪਰਮਾਤਮਾ ਪੱਕਾ ਜੋ ਹੈ ਲੱਭੇਗਾ। ਕਿਉਂਕਿ ਉਹਦਾ ਕਾਰਨ ਕੀ ਹੈ? ਅਸੀਂ ਬਾਣੀ ਚ ਪੜ੍ਹਦੇ ਹਾਂ ਹਰ ਸਿਮਰਨ ਮੇ ਆਪ ਨਿਰੰਕਾਰਾ, ਨਿਰੰਕਾਰ ਸਿਮਰਨ ਦੇ ਅੰਦਰ ਹੈ। ਹਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹੋ ਪੂਜ ਚੜਾਈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤੀਜੇ ਪਾਤਸ਼ਾਹ ਰਾਮਕਲੀ ਰਾਗ ਦੇ ਅੰਦਰ ਕਿ ਹਰੀ ਪਰਮਾਤਮਾ ਤੋਂ ਬਿਨਾਂ ਸਭ ਕੁਝ ਮੈਲਾ ਹੈ। ਤੇ ਸੰਤ ਜਨੋ ਮੈਂ ਹੁਣ ਪੂਜ ਕੀ ਚੜਾਵਾਂ? ਹਰ ਸਾਚੇ ਭਾਵੈ ਪੂਜਾ ਹੋਵੇ, ਭਾਨਾ ਮਨ ਵਸਾਈ। ਜੇ ਕਿਤੇ
ਕੋਈ ਭਾਣਾ ਮੰਨ ਲਵੇ, ਸਤਿਗੁਰੂ ਕਹਿੰਦੇ ਫਿਰ ਉਹ ਸਭ ਤੋਂ ਵਧੀਆ ਪੂਜਾ ਹੈ। ਪੂਜਾ ਪ੍ਰਵਾਨ ਕੀ ਹੈ? ਪੂਜਾ ਦੂਜਾ ਪੱਖ ਜੋ ਪੂਜਾ ਦਾ ਉਹ ਕੀ ਹੈ ਕਿ ਪ੍ਰਮਾਤਮਾ ਦਾ ਭਾਣਾ ਮੰਨਣਾ। ਨਾਮ ਪੂਜਾ ਹੋ ਗਿਆ, ਸਿਮਰਨ ਪੂਜਾ ਹੈ। ਪ੍ਰਮਾਤਮਾ ਦਾ ਭਾਣਾ ਮੰਨਣਾ ਜੋ ਹੈ ਉਹ ਪੂਜਾ ਹੈ। ਪੂਜਾ ਕਰੇ ਸਭ ਲੋਕ ਸੰਤੋਂ ਮਨਮੁਖ ਥਾਏ ਨਾ ਪਾਈ। ਹੁਣ ਸਤਿਗੁਰੂ ਇਹ ਜੋ ਸ਼ਬਦ ਦੀ ਅਸੀਂ ਵਿਚਾਰ ਕਰ ਰਹੇ ਹਾਂ, ਹੁਣ ਉਸ ਪਾਸੇ ਵੱਲ ਵੀ ਇਸ਼ਾਰਾ ਕਰਦੇ ਨੇ। ਕਹਿੰਦੇ ਦੁਨੀਆ ਸਾਰੀ ਪੂਜਾ ਕਰ ਰਹੀ ਹੈ। ਕੋਈ ਫੁੱਲ ਲੈ ਕੇ ਕਰ ਰਿਹਾ, ਕੋਈ ਪਾਣੀ ਲੈ ਕੇ ਕਰ ਰਿਹਾ, ਕੋਈ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਕਰ ਰਿਹਾ, ਕੋਈ ਕਈ ਢੰਗ ਤਰੀਕੇ ਸਰੀਰਾਂ ਨੂੰ ਕਸ਼ਟ ਦੇ ਕੇ ਕਰ ਰਿਹਾ। ਪਰ ਮਨ ਦੇ ਆਖੇ ਲੱਗ ਕੇ, ਜੋ ਮਨ ਸਮਝਾ ਰਿਹਾ, ਜੋ ਲੋਕਾਂ ਨੇ ਦੱਸਿਆ ਉਹਦੇ ਆਖੇ ਲੱਗ ਕੇ ਕਰ ਰਿਹਾ। ਤੇ ਸਤਿਗੁਰੂ ਕਹਿੰਦੇ ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਥਾਏ ਨਾ ਪਾਈ। ਕਹਿੰਦੇ ਨਹੀਂ ਪ੍ਰਵਾਨ ਹੋ ਸਕਦੀ ਭਾਈ, ਕਿਉਂਕਿ ਮਨ ਦੇ ਵਾਸਤੇ ਮਨਮੁਖ ਕਰ ਰਹੇ ਨੇ। ਤੇ ਫਿਰ ਗੁਰਮੁਖ ਦੇ ਵਾਸਤੇ ਕਿਹੜੀ ਪੂਜਾ ਹੈ? ਸ਼ਬਦ ਮਰੈ ਮਨ ਨਿਰਮਲ ਸੰਤੋ ਇਹ ਆ ਪੂਜ ਥਾਏ ਪਾਈ। ਸਤਿਗੁਰੂ ਦੇ ਜਿਗਦੇ ਸ਼ਬਦ ਦੇ ਵਿੱਚ ਮਰ ਜਾਵੇ, ਮਨ ਨਿਰਮਲ ਹੋ ਜਾਵੇ, ਮਨ ਸਾਫ਼ ਹੋ ਜਾਵੇ, ਮਨ ਥਿਰ ਕਰਕੇ ਟਿਕ ਜਾਵੇ, ਭਟਕਣਾ ਬੰਦ ਹੋ ਜਾਵੇ, ਤੇ ਸਤਿਗੁਰੂ ਕਹਿੰਦੇ ਇਹ ਪੂਜ ਥਾਏ ਪਾਈ। ਭਾਈ ਸ਼ਬਦ ਮਰੈ ਫਿਰ ਜੀਵੋ ਸਦਗੀ ਵਾਲੀ ਗੱਲ ਹੈ ਕਿ ਸ਼ਬਦ ਦੇ ਵਿੱਚ ਮਰਿਆ, ਸ਼ਬਦ ਦੇ ਨਾਲ ਜੀਵਨ ਨੂੰ ਜੀਵਿਆ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪੂਜਾ ਹੈ। ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ। ਬਿਨ ਨਾਵੈ ਹੋਰ ਪੂਜ ਨਾ ਹੋਵੀ ਭਰਮ ਭੁਲੀ ਲੋਕਾਈ। ਤੇ ਸਤਿਗੁਰੂ ਕਹਿੰਦੇ ਭਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵ ਲਾਈ। ਇੱਕ ਸ਼ਬਦ ਨਾਲ ਲਿਵ ਲਾਇਆ ਬੰਦਾ ਪਵਿੱਤਰ ਹੋ ਜਾਂਦਾ ਹੈ, ਪਾਵਨ ਹੋ ਜਾਂਦਾ ਹੈ। ਤੇ ਨਾਮ ਤੋਂ ਬਿਨਾ ਹੋਰ ਪੂਜਾ ਕੋਈ ਹੋ ਹੀ ਨਹੀਂ ਸਕਦੀ। ਭਰਮ ਭੁਲੀ ਲੋਕਾਈ। ਸਤਿਗੁਰੂ ਨੇ ਇਹਨੂੰ ਛੱਡ ਕੇ ਲੋਕੀ ਭਰਮਾਂ ਦੇ ਅੰਦਰ ਲੋਕਾਈ ਜੋ ਹੈ ਉਹ ਫਸੀ ਹੋਈ ਹੈ। ਤੇ ਗੁਰੂ ਪਾਤਸ਼ਾਹ ਕਹਿੰਦੇ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ। ਪੂਜਾ ਕਰੇ ਪਰ ਵਿਦ ਨਹੀਂ ਜਾਣੇ ਦੂਜੇ ਪਾਏ ਮਲ ਲਾਈ। ਗੁਰਮੁਖ ਹੋਵੇ ਸੋ ਪੂਜਾ ਜਾਣੈ ਭਾਨਾ ਮਨ ਵਸਾਈ। ਕਿ ਜਿਹੜਾ ਗੁਰਮੁਖ ਹੈ ਉਹਨੂੰ ਪੂਜਾ ਦਾ ਸੱਚ ਢੰਗ ਪਤਾ ਲੱਗ ਗਿਆ। ਉਹ ਪ੍ਰਭੂ ਪਰਮਾਤਮਾ ਦੇ ਭਾਣੇ ਦੇ ਅੰਦਰ, ਰਜ਼ਾ ਦੇ ਅੰਦਰ ਰਹਿੰਦਾ ਹੈ। ਉਸ ਪਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਭਾਈ ਜਿਸ ਦੇ ਕੋਲ ਪ੍ਰਭੂ ਪਰਮਾਤਮਾ ਦੀ ਸੱਚ ਕਰਕੇ ਪੂਜਾ ਹੈ, ਤੇ ਪਾਤਸ਼ਾਹ ਕਹਿੰਦੇ ਜਾਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਐ ਮਾਨ। ਭਾਈ ਜਿਸ ਦੇ ਕੋਲ ਜਾਕੀ ਸੇਵਾ ਸਰਬ ਨਿਧਾਨ, ਜਿਸ ਦੀ ਸੇਵਾ ਕੀਤਿਆਂ ਸਾਰੇ ਖਜ਼ਾਨੇ ਲੱਭਦੇ ਨੇ, ਉਹ ਪ੍ਰਭੂ ਪਰਮਾਤਮਾ ਦੀ ਪੂਜਾ ਹੈ। ਉਸ ਪੂਜਾ ਦੇ ਵਿੱਚੋਂ ਮਾਣ ਲੱਭਦਾ ਹੈ। ਤੇ ਉਹ ਪੂਜਾ ਜਿਹਦੀ ਵਿਚਾਰ ਅਸੀਂ ਗੁਰਮਤਿ ਦੀ ਰੋਸ਼ਨੀ 'ਚ ਕੀਤੀ ਹੈ ਕਿ ਕਿਹੋ ਜਿਹੀ ਪੂਜਾ ਜੋ ਹੈ ਪ੍ਰਵਾਨ ਹੈ। ਤੇ ਸਤਿਗੁਰੂ ਕਹਿੰਦੇ ਭਾਈ ਜੇ ਕਿਤੇ ਤੂੰ ਪੂਜਾ ਕਰਨੀ ਹੈ ਤੇ ਆ ਤੈਨੂੰ ਦੱਸਦੇ ਹਾਂ। ਕਰ ਜੋੜਿਓ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਵਨਾਸ਼ੀ ਪੁਰਖ ਪੂਜੇ ਹਾਰਾਮ। हे ਮੇਰੇ ਪਿਆਰੇ, हे ਸੰਤ ਜਨੋ, ਸਾਧ ਸੰਗਤ ਵਿੱਚ ਇਕੱਤਰ ਹੋ ਕੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜਿਆ ਕਰੋ ਤੇ ਉਸ ਨਾਸ਼ ਰਹਿਤ ਸਰਬ ਵਿਆਪਕ ਪ੍ਰਭੂ ਦੀ ਭਗਤੀ ਜਿਹੜੀ ਹੈ ਉਸ ਨੂੰ ਕਰਿਆ ਕਰੋ। ਬਸ ਕੁਝ ਨਾਲ ਲਿਜਾਣ ਦੀ ਲੋੜ ਨਹੀਂ ਕਿ ਇਹ ਢੰਗ ਤਰੀਕਾ ਅਪਣਾਵਾਂਗੇ ਪੂਜਾ ਦਾ, ਇਹ ਜੋ ਹੈ ਅਰਪਣ ਕਰਾਂਗੇ, ਇਸ ਤਰ੍ਹਾਂ ਦਾ ਇਸ਼ਨਾਨ ਕਰਾਂਗੇ, ਇਸ ਤਰ੍ਹਾਂ ਦੇ ਪਦਾਰਥ ਤਿਆਰ ਕਰਾਂਗੇ, ਫਿਰ ਰੱਬ ਲੱਭੇਗਾ। ਕਹਿੰਦੇ ਨਹੀਂ, ਬਸ ਸੰਗਤ ਦੇ ਵਿੱਚ ਖੜੇ ਹੋ ਕੇ ਅਰਦਾਸ ਕਰੋ। ਬਹੁ-ਬਿਧ ਪੂਜਾ ਖੋਜੀਐ ਮੇਰੇ ਲਾਲ ਜੀਓ ਇਹ ਮਨ ਤਨ ਸਭ ਅਰਪੇ ਆਰਾਮ। ਪੰਜਮ ਗੁਰਦੇਵ ਕਹਿੰਦੇ ਨੇ ਹੈ ਮੇਰੇ ਪਿਆਰੇ, ਮੈਂ ਹੋਰ ਕਈ ਕਿਸਮਾਂ ਦੀ ਪੂਜਾ ਭੇਟਾ ਭਾਲ ਵੇਖੀ ਹੈ, ਪਰ ਸਭ ਤੋਂ ਸ੍ਰੇਸ਼ਟ ਪੂਜਾ ਇਹ ਹੈ ਕਿ ਆਪਣਾ ਇਹ ਮਨ, ਇਹ ਸਰੀਰ ਸਭ ਭੇਟ ਕਰ ਦੇਣਾ ਚਾਹੀਦਾ। ਸਤਿਗੁਰੂ ਬਸ ਮਨ ਤੇ ਸਰੀਰ ਭੇਟ ਕਰ ਦੇ, ਆਪਣੀ ਸੋਚ ਨੂੰ ਭੇਟ ਕਰ ਦੇ, ਗੁਰੂ ਨੂੰ ਸਮਰਪਣ ਹੋ ਜਾ। ਇਹ ਸਭ ਤੋਂ ਵਧੀਆ ਪੂਜਾ ਹੈ। ਮਨ ਤਨ ਸਭ ਪ੍ਰਭ ਕੇਰਾ ਕਿਆ ਕੋ ਪੂਜ ਚਰਾ। ਕਹਿੰਦੇ ਜੇ ਕਿਤੇ ਮਨ ਤੇ ਤਨ ਸਾਰਾ ਹੀ ਪ੍ਰਭੂ ਦਾ ਹੈ ਤੇ ਫਿਰ ਉਸ ਨੂੰ, ਉਸ ਪ੍ਰਮਾਤਮਾ ਦੇ ਦਿੱਤੇ ਵਿੱਚੋਂ ਅਸੀਂ ਮਾਣ ਕੀ ਕਰੀਏ, ਹੰਕਾਰ ਕੀ ਕਰੀਏ ਕਿ ਕੀ ਉਸ ਦੇ ਅੱਗੇ ਅਸੀਂ ਭੇਟ ਕਰ ਰਹੇ ਹਾਂ ਤੇ ਅਸੀਂ ਵੱਡੇ ਪੁਜਾਰੀ ਹੋ ਗਏ ਹਾਂ, ਅਸੀਂ ਪ੍ਰਵਾਨ ਹੋ ਗਏ ਹਾਂ, ਅਸੀਂ ਵੱਡਾ ਧਰਮ ਦਾ ਕੰਮ ਕਰ ਰਹੇ ਹਾਂ। ਕਹਿੰਦੇ ਨੇ ਇਹ ਮਾਨ ਕਾਹਦਾ? ਇਹ ਮਨ ਤਨ ਧਨ ਸਭ ਪ੍ਰਭੂ ਦਾ ਦਿੱਤਾ ਹੋਇਆ ਹੈ। ਤੇ ਫਿਰ ਕੋਈ ਮਨੁੱਖ ਆਪਣੀ ਮਲਕੀਅਤ ਚੋਂ ਕੀ ਭੇਟ ਕਰ ਰਿਹਾ ਹੈ? ਜੋ ਮਾਨ ਕਰੇ ਕਰ ਕੀ ਸਕਦਾ ਹੈ? ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ। ਤੇ ਸਤਿਗੁਰੂ ਦੇ ਭਾਈ ਜਦੋਂ ਆਪਣੇ ਆਪ ਨੂੰ ਸਮਰਪਣ ਕਰੇਗਾ ਨਾ ਤੇ ਜੇ ਕਿਤੇ ਪ੍ਰਮਾਤਮਾ ਕਿਰਪਾਲੂ ਤੇ ਦਿਆਲੂ ਕਿਰਪਾ ਕਰ ਦੇਵੇ, ਦਇਆ ਕਰ ਦੇਵੇ, ਉਹ ਮਾਲਕ ਜਿਸ ਮਨੁੱਖ ਉੱਤੇ ਪ੍ਰਭੂ ਕਿਰਪਾਲੂ ਹੁੰਦਾ ਹੈ, ਦਿਆਲੂ ਹੋ ਜਾਂਦਾ ਹੈ, ਕਿਰਪਾ ਕਰਦਾ ਹੈ, ਦਿਆਲ ਹੋ ਜਾਂਦਾ ਹੈ, ਉਹ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ। ਬਸ ਇਹ ਹੀ ਸ੍ਰੇਸ਼ਟ ਪੂਜਾ ਹੈ ਤੇ ਇਹ ਹੀ ਉਹ ਸਭ ਤੋਂ ਸ੍ਰੇਸ਼ਟ ਭੇਟਾ ਹੈ। ਸਤਿਗੁਰੂ ਕਹਿੰਦੇ ਇਸ ਤੋਂ ਵਧੀਆ ਸ੍ਰੇਸ਼ਟ ਕੋਈ ਭੇਟਾ ਤੇ ਇਸ ਤੋਂ ਵਧੀਆ
कोई पूजा नहीं हो सकती। गुरु कलगीधर पातशाह के दरबार के अंदर असी इतिहास के अंदर पढ़ते एक नागा साधु हथ दे फुल पकड़िया होया आ रहा, कहते ने पहला इतराज हो गया भाई नागा है, सतगुरु ने क्या आन दिओ, उन्हें हाथ दे फुल जो सी पकड़िया है ते सतगुरु पातशाह ने पूछया भाई साधु ये फकीर ये हाथ दे फुल कादे वास्ते, मैं संखेप च बेनती करा ते वो कहन लगा भाई मेरे मुर्शद ने मेरे रैबर ने दसिया सी जदों भी किसी धार्मिक पुरुष किसी फकीर दे कोल जाइए ते हथों खाली नहीं जाना चाहिए। मेरे कोल कुछ नहीं सी, एक फुल लैके आया कि खाली हथों उस जो मालिक प्रभु है या जो फकीर संत है गुरु पीर है वो रुस जाता है। तो गुरु पातशाह ने क्या नहीं भाई खाली हाथ बेशक आ जा, दिलों खाली ना आवे। जिहड़ा दिलों खाली आवे अकाल पुरख परमात्मा उस दे उत्ते रुसवा है, अकाल पुरख परमात्मा ओदे उत्ते खुश नहीं। जिहड़ा दिलों खाली आउंदा है, जिहड़ा हथों खाली आवे वो परवान है भाई, पर दिलों कदी खाली ना आवी। जे कदे शरधा अपने इष्ट प्रति प्यार लैके आ रहे हैं, समर्पण कर रहे हैं, अपने आप को सरेंडर कर रहे हैं तो प्रवान हो जाएगा। ते हत्थां विच जो मर्जी लैके आए, जे कदे गुरु की गल नूं मनना नहीं, अपने इष्ट की गल नूं मनना नहीं ते पदार्थां दे नाल भेटावां दे नाल वो परमात्मा जो है खुश होने वाला नहीं। ते सतगुरु बख्शिश कर रहे हैं भगत जी अंतलियां पंक्तियां दे अंदर, तन मन अर्पो पूज चरावो गुर प्रसाद निरंजन पावो। अर्पण तो भाव अर्पणा भेंट करा, चढ़ावों तो भाव भेटा। भगत जी कहते हे प्रभु मैं अपना तन ते मन अर्पण करदा हाँ, तेरी पूजा वजों भेंट करदा हाँ। इस भेटा नाल ही सतगुरु की मेहर की बरगत नाल तेनू माया रैत नू लभ्या जा सकता है, मैं लभ सकदा हाँ। पूजा अर्चा आए ना तोरी कह रविदास कवन गत मोरी। आए तो भाव नहीं हो सकती, अर्चा तो भाव मूर्ति आदि की पूजा, सिर नवाउना शिंगारना भेटावां करनिया, इसनूं अर्चा कहा जाता है। ते कह तो भाव कह आखदा है, कवन गत मोरी की हाल, गत तो भाव हाल की हाल। ते भगत जी अंतली पंक्ति के अंदर कहते पूजा अर्चा आए ना तोरी कह रविदास कवन गत मोरी। हे प्रभु जे सच्चे दुध फुल धूप चंदन ते नैवेद आदि ये भेटावां नाल ही तेरी पूजा हो सकती, तां किते भी ये शैं सुचियां ना मिलन करके मैथों तेरी पूजा ते भगती हो ही नहीं सी सकती। हुण भगत जी कहंदे जे कदे इन्हां चीज़ां दे नाल ही पूजा हुंदी तां इह कितों भी सुचियां ना मिलन करके तेरी भेटा मेरे तो हो ही नहीं सी सकदी। रविदास आखदा है तां फिर हे प्रभु मेरा की हाल हुंदा कि भाव फिर मेरी भेट जो पूजा सी वो कदी नहीं सी हो सकती, मेरी पूजा कदी प्रवान नहीं सी हो सकती, क्योंकि सारियां चीज़ां झूठियां सन। इस करके मैं इन्हां भुलेखियां चों बाहर निकलिया ते बाहर निकल के भगत जी कहंदे ने मैं कीता की मैं तन मन अर्पों पूज चढ़ावों गुर प्रसाद निरंजन पावों। मैं अपना तन मन अर्पिया, इहो भेटावां तेरे अगे रखियां ते गुरु ने कृपा करके वो कालख रहत प्रभु परमात्मा जो है, निरंजन प्रभु परमात्मा जो है वो मैनू जो है माया तो रहत प्रभु परमात्मा जो है वो मिलिया है, उहदे नाल मिलाप होया है ते कोई भी मिलाप कर सकता है। सो गुरु प्यार वालियो ये सी अज दे शब्द दे विचार जो गुरमत का फलसफा है, जिन्ना को मैनू सोझी समझ विच आया मैं आप जी दे नाल साझा कीता है। गुरबाणी अथाह समुंदर है, जे कदे क्योंकि जिन्ना को मेरी सोझी दे विच आ सकिया मैं आप जी दे नाल साझा कर लिया, पर विद्वान सज्जना की एक क्लास है, बहुत वड्डे वड्डे विद्वान गुरमत दे खोजी गुरबाणी नूं जानन वाले बैठे ने। हो सकता है मेरे तो जरूर त्रुटियां रही होण या मैं सिद्धांत नूं स्पष्ट ना कर सकिया होवां, उहदे वास्ते मैं खिमा दा जाचक हां। खिमा मंगदा बस इस बेनती दे नाल इस शब्द तो बस एक सबक जो लिया जाए कि तन मन जो है जे कदे गुरु नूं अर्पण हो जाए, तन मन उस प्रभु परमात्मा नूं अर्पण हो जाए तो अपने आप मिलाप हो जाता है। परमात्मा किसी भी होर चीज़ का भुखा नहीं, गोबिंद भाव भगत का भुखा वो प्यार का भुखा है। जिन्हों ने जिन्नी प्रीत गूढ़ी कर ली उतनियां गंढां प्रीत दियां पक्कियां हो गईयां। दुनिया की कोई ताकत उस रिश्ते नूं तोड़ नहीं सकी ते फिर वो रिश्ता सदीवी तौर के उत्ते प्रवान चढ़ता है, आया सफल हो जाता है, जीवन प्रवान हो जाता है।
ਜੋਤ ਦੇ ਵਿੱਚ ਜੋਤ ਰਲ ਕੇ ਸੰਪੂਰਨ ਹੋ ਜਾਂਦੀ ਹੈ। ਕੋਈ ਵੱਧ ਘੱਟ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।